ਗਵਰਨਰ ਸਾਹਿਬ ਨੇ ਚਿੱਠੀ ਲਿਖੀ ਹੈ, ਉਸ ਤੋਂ ਬਾਅਦ ਮਾਨ ਸਾਹਿਬ ਦਾ ਵੀ ਜਵਾਬ ਆਉਂਦਾ ਹੈ। ਟਵੀਟ ਰਾਹੀਂ ਉਹ ਜਵਾਬ ਦਿੰਦੇ ਨੇ ਵੀ ਮੇਰਾ ਇਹਨੂੰ ਹੀ ਜਵਾਬ ਸਮਝਿਆ ਜਾਵੇ। ਗਵਰਨਰ ਸਾਹਿਬ ਨੇ ਚੇਤਾਵਨੀ ਵੀ ਦੇ ਦਿੱਤੀ ਆ ਕਿ ਜੇ 15 ਦਿਨ 'ਚ ਸਰਕਾਰ ਨੇ ਜਵਾਬ ਨਾ ਦਿੱਤਾ ਤੇ ਉਹ ਆਂਦੇ ਮੈਂ ਕਾਨੂੰਨੀ ਸਲਾਹ ਲਵਾਂਗਾ ਵੀ ਮੈਂ ਕੀ ਕਾਰਵਾਈ ਕਰ ਸਕਦਾ ਕਾਨੂੰਨੀ ਤੌਰ ਤੇ। ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਤੇ ਉਹਨਾਂ ਦੇ ਨਾਲ ਕੁਝ ਹੋਰ ਬੁੱਧੀਜੀਵੀ ਵੀ ਬੈਠਦੇ ਨੇ। ਉਹਨਾਂ ਨੇ ਬੜੇ ਗੰਭੀਰ ਆਰੋਪ ਲਗਾਏ ਨੇ ਸਰਕਾਰਾਂ ਉੱਤੇ ਤੇ ਕਈ ਵੱਡੇ ਅਧਿਕਾਰੀਆਂ ਦੇ ਉੱਪਰ ਵੀ। ਵਾਕਈ ਉਹਨਾਂ ਸਰਕਾਰ ਦੇ ਬੜੇ ਗੰਭੀਰ ਆਰੋਪ ਲਾਏ ਆ ਤੇ ਜੇ ਉਹਨਾਂ ਦੇ ਆਰੋਪਾਂ 'ਚ ਵਾਕਈ ਸੱਚਾਈ ਆ ਤੇ ਬੜੀ ਸੋਚਣ ਵਾਲੀ ਗੱਲ ਆ। ਫਿਰ ਤੇ ਪੰਜਾਬ ਕੇ ਮੁਲਕ ਦਾ ਹੀ ਬੇੜਾ ਗਰਕ ਹੋ ਜਾਊਗਾ। ਸਾਡੇ ਲੋਕਲ ਬੋਡੀ ਮਿਨਿਸਟਰ ਹੈ, ਜਦੋਂ ਉਹਨਾਂ ਨੇ ਅਜਨਾਲੇ ਆਪਣੀ ਇੱਕ ਕਲੋਨੀ ਪਾਸ ਕਰਾਈ ਤੇ ਉਹ ਕਹਿੰਦੇ ਵੀ 2 ਅਫਸਰਾਂ ਨੂੰ ਪੈਸੇ ਦਿੱਤੇ ਆ। ਮੰਤਰੀ ਨੂੰ ਆਪ ਪੈਸੇ ਦੇਣੇ ਪਏ ਤੇ ਹੁਣ ਆਪ ਹੀ ਉਸੇ ਮਹਿਕਮੇ ਦਾ ਮੰਤਰੀ ਹੋਵੇ ਤੇ ਉਹਨਾਂ ਦੇ ਖਿਲਾਫ ਐਕਸ਼ਨ ਨਾ ਲਵੇ ਅਧਿਕਾਰੀਆਂ ਦੇ ਤੇ ਕਿੰਨੀ ਮਾੜੀ ਗੱਲ ਆ। ਕਿੰਨਾ ਪੈਸਾ ਖਰਚ ਹੁੰਦਾ ਰਿਪੋਰਟਾਂ ਬਣਾਉਣ ਤੇ ਜੋ ਰਿਪੋਰਟਾਂ ਹਾਈ ਕੋਰਟ 'ਚ ਹੀ ਪਈਆਂ ਰਹਿਣੀਆਂ, ਬੰਦ ਲਿਫਾਫੇ 'ਚ ਹੀ ਪਈਆਂ ਰਹਿਣੀਆਂ ਤੇ ਉਹਦਾ ਫਾਇਦਾ ਕੀ? ਉਹਨਾਂ ਤੇ ਇੱਥੋਂ ਤੱਕ ਕਿ ਇੱਕ ਜਸਟਿਸ ਦਾ ਨਾਂ ਵੀ ਲੈਤਾ ਵੀ ਆਂਦੇ ਉਹਨੇ ਆਪਣੇ ਫਾਇਦੇ ਵਾਸਤੇ ਰਿਪੋਰਟਾਂ ਖੋਲੀਆਂ ਨਹੀਂ, ਉਸੇ ਜਸਟਿਸ ਨੇ ਐਸਆਈਟੀ ਬਣਾਈ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4E ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ ਖਰੀਆਂ 'ਚ ਤੁਹਾਡਾ ਸਵਾਗਤ ਹੈ। ਪੰਜਾਬ 'ਚ ਇੱਕ ਵਾਰੀ ਫੇਰ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਟਕਰਾਅ ਪੈਦਾ ਹੋ ਗਿਆ ਹੈ। ਗਵਰਨਰ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਕਈ ਚਿੱਠੀਆਂ ਸਰਕਾਰ ਨੂੰ ਲਿਖੀਆਂ ਪਰ ਉਹਨਾਂ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ। ਇਸ ਕਰਕੇ ਇਸ ਵਾਰੀ ਉਹਨਾਂ ਨੂੰ ਸਿੱਧੇ ਤੌਰ 'ਤੇ ਜਿਹੜੀ ਆਪਣੀ ਚਿੱਠੀ ਜਿਹੜੇ ਉਹਨਾਂ ਨੇ ਜਵਾਬ ਮੰਗੇ ਨੇ ਉਹ ਮੀਡੀਆ ਕੋਲ ਉਹ ਚਿੱਠੀ ਜਾਰੀ ਕਰਨੀ ਪਈ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਵੀ ਤਲਖ ਹੋ ਗਏ ਨੇ। तमाम ਇਸ ਚੀਜ਼ਾਂ ਤੇ ਗੱਲ ਕਰਾਂਗੇ ਕਿ ਆਖਿਰਕਾਰ ਇਹ ਟਕਰਾਵ ਪ੍ਰਦੇਸ਼ ਲਈ ਚੰਗਾ ਹੈ ਕਿ ਨਹੀਂ ਚੰਗਾ, ਕਿਉਂਕਿ ਇਹ ਟਕਰਾਵ ਗਵਰਨਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਨਾ ਹੋ ਕੇ ਬਲਕਿ ਸਿੱਧੇ ਤੌਰ ਤੇ ਵੇਖਿਆ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਵਿੱਚ ਸਿੱਧਾ ਟਕਰਾਵ ਹੈ। ਕਿਉਂਕਿ ਦਿੱਲੀ ਦੇ ਵਿੱਚ ਵੀ ਜਿਹਦਾ ਉਪ ਰਾਜਪਾਲ ਵੀਕੇ ਸਕਸੇਨਾ ਉਹਨਾਂ ਦਾ ਟਕਰਾਵ ਵੀ ਦਿੱਲੀ ਦੀ ਸਰਕਾਰ ਦੇ ਨਾਲ ਜਾਰੀ ਹੈ। ਸਾਡੇ ਨਾਲ ਸਾਡੇ ਐਕਸਪਰਟ ਰਾਕੇਸ਼ ਸ਼ਰਮਾ ਜੀ, ਨਮਸਕਾਰ। ਨਮਸਕਾਰ ਭੰਡਾਰੀ ਸਾਹਿਬ। ਸ਼ਰਮਾ ਜੀ, ਗਵਰਨਰ ਸਾਹਿਬ ਨੇ ਚਿੱਠੀ ਲਿਖੀ ਹੈ, ਉਸ ਤੋਂ ਬਾਅਦ ਮਾਨ ਸਾਹਿਬ ਦਾ ਵੀ ਜਵਾਬ ਆਉਂਦਾ ਹੈ। ਟਵੀਟ ਰਾਹੀਂ ਉਹ ਜਵਾਬ ਦਿੰਦੇ ਨੇ ਵੀ ਮੇਰਾ ਇਹਨੂੰ ਹੀ ਜਵਾਬ ਸਮਝਿਆ ਜਾਵੇ। ਪਰ ਗਵਰਨਰ ਸਾਹਿਬ ਨੇ ਜਿਵੇਂ ਇੱਕ ਪੂਰਾ ਆਰਟੀਕਲ 167 ਦਾ ਜ਼ਿਕਰ ਕੀਤਾ ਹੈ ਤੇ ਇਹ ਕਿਹਾ ਵੀ ਤੁਸੀਂ ਮੈਨੂੰ ਵੱਧ ਦਿਓ ਦੱਸਣ ਵਾਸਤੇ ਜੋ ਮੈਂ ਚੀਜ਼ਾਂ ਮੰਗ ਰਿਹਾ। ਹੁਣ ਇਹ ਦੇਖੋ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਮੈਂ ਚਾਹਾਂਗਾ ਇੱਕ ਵਿਸਤਾਰ 'ਚ ਤੁਸੀਂ ਦੱਸ ਦਿਓ ਵੀ ਉਹਨਾਂ ਨੇ ਕਿਹੜੇ ਕਿਹੜੇ ਸਵਾਲਾਂ ਦੇ ਜਵਾਬ ਮੰਗੇ ਹੈ ਤੇ ਨਾਲ ਦੀ ਨਾਲ ਇਹ ਵੀ ਸਵਾਲ ਹੈ ਤੇ ਜੇ ਉਹਨਾਂ ਨੇ ਸਵਾਲਾਂ ਦੇ ਜਵਾਬ ਮੰਗੇ ਸੀ ਤੇ ਜੇ ਸਰਕਾਰ ਮੁੱਖ ਮੰਤਰੀ ਸਾਹਿਬ ਨੇ ਆਪ ਤਾਂ ਜਵਾਬ ਦੇਣੇ ਨਹੀਂ ਤੇ ਜੇ ਕਿਸੇ ਅਧਿਕਾਰੀ ਦੀ ਡਿਊਟੀ ਲਾ ਦਿੰਦੇ ਉਹ ਜੇ ਜਵਾਬ ਦੇ ਹੀ ਦਿੰਦੇ ਤੇ ਫਿਰ ਇਹ ਟਕਰਾਵ ਨੂੰ ਟਾਲਿਆ ਵੀ ਜਾ ਸਕਦਾ ਸੀ। ਬਿਲਕੁਲ ਇਹ ਟਕਰਾਵ ਟਾਲਣਾ ਚਾਹੀਦਾ। ਹੁਣ ਗਵਰਨਰ ਸਾਹਿਬ ਨੇ ਇੱਕ ਲੈਟਰ ਲਿਖੀ ਆ ਤੇ ਮੁੱਖ ਮੰਤਰੀ ਪੁੱਛਿਆ ਵੀ ਜਿਹੜੇ 3 ਨਿਗਮਾਂ ਦੀਆਂ ਨਿਯੁਕਤੀ ਕਰਦੇ ਜੇ ਤੇ ਜਿਹੜੇ ਸਕੂਲ ਦੇ ਪ੍ਰਿੰਸੀਪਲ ਫਰਵਰੀ ਦੇ ਵਿੱਚ ਭੇਜੇ ਜੇ ਸਿੰਗਾਪੁਰ ਟ੍ਰੇਨਿੰਗ ਵਾਸਤੇ, ਉਹਦੇ ਵਾਸਤੇ ਕੀ ਨਿਯਮ ਦੀ ਸੀ, ਕਿੱਦਾਂ ਚੁਣਾਵ ਕੀਤਾ ਉਹਨਾਂ ਦਾ, ਕਿੰਨਾ ਖਰਚਾ ਆਇਆ ਇਹਨਾਂ ਦਾ। ਉਹਨਾਂ ਹੋਰ ਸਵਾਲ ਕੀਤੇ, ਆਉਂਦੇ ਵੀ 2 ਲੱਖ ਜਿਹੜੇ ਐਸਸੀ ਸਟੂਡੈਂਟ ਆ ਤੇ ਉਹਨਾਂ ਦੀ ਸਕਾਲਰਸ਼ਿਪ ਨਹੀਂ ਲਾਗੂ ਭੇਜ ਦਿੱਤੀ ਤੇ ਉਹ ਵਿਚਾਰਿਆਂ ਨੂੰ ਪੜ੍ਹਾਈ ਛੱਡਣੀ ਪੈ ਗਈ ਆ। ਆਉਂਦੇ ਵੀ ਐਗਰੀਕਲਚਰ ਯੂਨੀਵਰਸਿਟੀ ਦਾ ਲੁਧਿਆਣੇ ਦਾ ਜਿਹੜਾ BC ਦਾ ਚਾਰਜ ਡਾਕਟਰ ਗੋਂਸਲ ਨੂੰ ਦੇ ਦਿੱਤਾ, ਵੀ ਉਹਨਾਂ ਦੀ ਸਲਾਹ ਤੋਂ ਬਿਨਾਂ ਦੇ ਦਿੱਤਾ ਵੀ ਉਹ ਤੁਸੀਂ ਕਿੱਦਾਂ ਨਿਯਮ ਦੇ ਦਿੱਤਾ ਵੀ BC ਲਾਣਾ ਤੇ ਜਿਹੜਾ ਰਾਜਪਾਲ ਦਾ ਅਧਿਕਾਰ ਖੇਤਰ ਆ। ਜੀ ਉਦੋਂ ਵੀ ਟਕਰਾਅ ਹੋਇਆ ਸੀ। ਹਾਂ, ਫਿਰ ਆਉਂਦੇ 4 ਜਨਵਰੀ 23 ਨੂੰ ਮੈਂ ਤੁਹਾਨੂੰ ਚਿੱਠੀ ਲਿਖੀ ਸੀ ਵੀ ਇੱਕ ਨਵਾਂ ਲੱਗਰਾਲ ਸੈਂਟਰ ਵੱਲੋਂ ਇੱਥੇ ਆ ਕੇ ਬਹਿੰਦੇ ਆ, ਜਿਹੜੀਆਂ ਮੀਟਿੰਗਾਂ ਹੁੰਦੀਆਂ ਰਾਜ ਦੀ ਸੁਰੱਖਿਆ ਨੂੰ ਲੈ ਕੇ ਹੁੰਦੀਆਂ। ਸੈਂਟਰ ਵੱਲੋਂ ਨਹੀਂ ਬੈਠਦੇ, ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਰੀਬੀ ਦੋਸਤ ਦੱਸੇ ਜਾਂਦੇ ਨੇ। ਇਹਨਾਂ ਦੀ ਸੈਂਟਰ ਆਮ ਆਦਮੀ ਪਾਰਟੀ ਦੀ ਸੈਂਟਰ ਲੀਡਰਸ਼ਿਪ ਵੱਲੋਂ ਹੋ ਗਈ ਨਾ ਜੀ। ਤੇ ਉਹਨਾਂ ਕਿਹਾ ਵੀ ਇਹ ਕਿਸ ਕਪੈਸਿਟੀ ਨਾਲ ਆ ਕੇ ਮੀਟਿੰਗਾਂ 'ਚ ਬਹਿੰਦੇ ਆ ਜੀ। ਉਹ 'ਚ ਸਿਕਿਉਰਿਟੀ ਰੀਜਨ ਵੀ ਹੁੰਦੇ ਆ, ਕਈ ਕੌਨਫੀਡੈਂਸ਼ੀਅਲ ਕੰਮ ਹੁੰਦੇ ਆ ਜਿਹਦੀ ਸਰਕਾਰ ਨੇ ਸੋਚ ਚੁੱਕੀ ਹੁੰਦੀ ਆ ਵੀ ਕਿਸੇ ਨੂੰ ਦੱਸਾਂਗੇ ਨਹੀਂ, ਗੁਪਤ ਰੱਖਾਂਗੇ। ਇੱਕ ਕੇਜੀ ਉਹਨਾਂ ਨੇ ਕਿਸੇ ਗੱਲ ਕੀਤੀ ਅਧਿਕਾਰੀ ਦੀ ਜਿਹਨੂੰ ਉਹਨਾਂ ਨੇ ਨਿਯੁਕਤ ਕੀਤਾ ਹੈ ਪਬਲਿਕ ਸਰਵਿਸ। ਹਾਂ, ਪੰਜਾਬ ਇਨਫੋਰਮੇਸ਼ਨ ਟੈਕਨੋਲੋਜੀ ਦਾ ਅਧਿਅਕਸ਼ ਲਾਇਆ ਗੁਰਿੰਦਰਜੀਤ ਸਿੰਘ ਜਵਾਂਡਾ ਜੀ। ਉਹਨਾਂ ਕਿਹਾ ਵੀ ਤੁਸੀਂ ਇਹਨੂੰ ਅਧਿਅਕਸ਼ ਲਾਤਾ, ਬੜੀ ਇੰਪੋਰਟੈਂਟ ਸੀਟ ਆ ਤੇ ਇਹਦਾ ਤੁਸੀਂ ਇਹਨੂੰ ਚੇਅਰਮੈਨ ਲਾਤਾ ਜੇ। ਆਉਂਦੇ ਦੇ ਉੱਤੇ ਕਈ ਭਰਨ ਲੋਕਾਂ ਦੀ ਜਾਇਦਾਦ ਕਬਜ਼ੇ ਕਰਨ ਦੇ ਕੇਸ ਹੈਗੇ ਆ। ਇਹੋ ਜਿਹੇ ਬੰਦੇ ਨੂੰ ਤੁਸੀਂ ਕਿਉਂ ਲਾਤਾ? ਅਭੀ ਉਹਨਾਂ ਨੇ ਕਿਹਾ ਵੀ ਕਿਹੜੇ ਮਾਪਦੰਡ ਹੈ, ਮੈਨੂੰ ਸਾਰੇ ਡਿਟੇਲ ਦਿਓ ਵੀ ਕਿਉਂ ਲਾਇਆ ਗਿਆ ਜੀ। ਉਹਨਾਂ ਕਿਹਾ ਵੀ ਮੈਂ ਤੁਹਾਨੂੰ ਕਈ ਵਾਰੀ ਕਈ ਬਿੰਦੂਆਂ ਦੇ ਸਵਾਲ ਪੁੱਛੇ ਆ, ਤੁਸੀਂ ਮੈਨੂੰ ਕੋਈ ਜਵਾਬ ਹੀ ਨਹੀਂ ਦਿੰਦੇ। ਇੱਕ ਉਹਨਾਂ ਕਿਹਾ ਵੀ ਵਿਗਿਆਪਨ ਵੀ ਜਿਹੜੇ ਹੈਗੇ ਆ ਵੀ ਉਹਦੀ ਕਿੰਨੇ ਤੁਸੀਂ ਜਾਰੀ ਕੀਤੇ ਜੇ, ਕਿੰਨਾ ਖਰਚਾ ਆਇਆ, ਉਹਦੀ ਮੈਨੂੰ ਪੂਰੀ ਡਿਟੇਲ ਦੱਸੋ।
ਫਿਰ ਉਹਨਾਂ ਨੇ ਭਗਵੰਤ ਮਾਨ ਜੀ ਨੇ ਬੜੇ ਤਲਕ ਲਹਿਜੇ 'ਚ ਟਵੀਟ ਕੀਤਾ। ਨਹੀਂ ਇੱਕ ਕੇਸ ਜੀ ਬੜਾ ਇੰਪੋਰਟੈਂਟ ਸਵਾਲ ਉਹਨਾਂ ਨੇ ਹੋਰ ਜਿਹੜਾ ਪੁੱਛਿਆ ਇਹਨਾਂ ਨੂੰ, ਉਹਨਾਂ ਨੇ ਗੱਲ ਕੀਤੀ ਕੁਲਦੀਪ ਚਾਹਲ ਦੀ, ਹਾਂ, ਜਿਹੜਾ ਉਹ ਚੰਡੀਗੜ੍ਹ ਦਾ ਦੱਸਣਾ। IPS ਦਾ ਅਧਿਕਾਰੀ ਸੀ ਤੇ ਉਹਨੂੰ ਦੀ ਪ੍ਰਮੋਸ਼ਨ ਦੇ ਕੇ ਕਮਿਸ਼ਨਰ ਕਿਦਾਂ ਲਾਤਾ ਜਲੰਧਰ ਦਾ। ਕਹਿੰਦੇ ਵੀ ਉਹਦੀ CBI ਜਾਂਚ ਦੀ ਇਹਨਾਂ ਨੇ ਲਿਖਿਆ ਹੈ ਗਵਰਨਰ ਸਾਹਿਬ ਨੇ ਵੀ ਉਹਦੇ ਤੇ ਕਈ ਤਰ੍ਹਾਂ ਦੇ ਆਰੋਪ ਸੀ, ਗਵਰਨਰ ਤਾਂ ਹੀ ਸਾਹਿਬ- ਉਹਨਾਂ ਨੂੰ 10 ਮਹੀਨੇ ਪਹਿਲੇ ਹਟਾਤਾ ਗਿਆ ਸੀਗਾ। ਗਵਰਨਰ ਸਾਹਿਬ ਕਹਿੰਦੇ ਵੀ ਮੈਂ ਤੁਹਾਨੂੰ ਉਹਦੇ ਮਿਸਕੰਡਕਟ ਬਾਰੇ, ਉਹਦੀਆਂ ਕਾਰਨਾਮਿਆਂ ਬਾਰੇ ਇੱਕ ਪੂਰੀ ਚਿੱਠੀ ਲਿਖੀ ਜੀ। ਤੁਸੀਂ ਤਾਂ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਹਨੂੰ ਵਾਪਸ ਭੇਜਤਾ ਗਿਆ ਤੇ ਤੁਸੀਂ ਉਹਨੂੰ ਪ੍ਰਮੋਸ਼ਨ ਦੇ ਗਏ ਤੇ ਸਗੋਂ ਕਮਿਸ਼ਨਰ ਲਾਤਾ ਪੁਲਿਸ 'ਚ ਜਲੰਧਰ, ਉਹ ਵੀ ਉੱਥੇ ਲਾਤਾ ਜਾਣਬੁੱਝ ਕੇ ਵੀ ਜਿੱਥੇ ਮੈਂ ਝੰਡਾ ਲਾਉਣਾ ਸੀ 26 ਜਨਵਰੀ ਨੂੰ। 26 ਜਨਵਰੀ ਨੂੰ। ਫਿਰ ਉਹਨਾਂ DGP ਨੇ ਇੱਕ ਲੈਟਰ ਲਿਖੀ ਵੀ ਇਹ ਬੰਦਾ ਮੈਨੂੰ ਲਾਗੇ ਜਾ ਕੇ ਨਹੀਂ ਵੇਖਣਾ ਚਾਹੀਦਾ। ਤੇ ਹੁਣ ਵੇਖ ਲਓ ਕੁਲਦੀਪ ਚਾਹਲ ਦੀ CBI ਇਨਕੁਆਇਰੀ 2 ਦਿਨ ਦੀ ਛੁੱਟੀ ਲੱਗੀ ਸੀ ਵੀ ਕੁਲਦੀਪ ਚਾਹਲ ਦੀ ਇਨਕੁਆਇਰੀ ਮਾਰਕ ਹੋ ਗਈ ਆ। ਤੇ ਇਹ ਤੇ ਹੁਣ CM ਸਾਹਿਬ ਨੇ ਬੜਾ ਤਲਖ ਜਵਾਬ ਦਿੱਤਾ ਟਵੀਟ ਕਰਕੇ। ਉਹਨਾਂ ਕਿਹਾ ਵੀ ਮੈਂ ਜਿਹੜੀ ਉਹਨਾਂ ਦੀ ਸਰਕਾਰ ਹੈਗੀ ਆ ਉਹ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੈਗੀ ਆ, ਨਾ ਕਿ ਕੇਂਦਰ ਦੁਆਰਾ ਨਿਯੁਕਤ ਕਿਸੇ ਗਵਰਨਰ ਨੂੰ ਜਿਹੜਾ BJP ਦਾ ਬੰਦਾ, ਤੇ ਇਹਨੂੰ ਹੀ ਮੇਰਾ ਜਵਾਬ ਸਮਝਿਆ ਜਾਵੇ। ਵੇਖੋ ਗੱਲ ਤੇ ਮਾੜੀ ਹੈ ਨਾ, ਟਕਰਾਅ ਵਧੀ ਜਾਣ ਡਿਆ। ਜੇ ਤੁਸੀਂ ਦੱਸ ਦਿਓ ਉਹਨਾਂ ਨੂੰ ਵੀ ਕਿਉਂ ਭੇਜੇ, ਉਹ ਆਂਦੇ ਮੈਨੂੰ ਕਈ ਪ੍ਰਿੰਸੀਪਲਾਂ ਦੀਆਂ ਗਵਰਨਰ ਸਾਹਿਬ ਕਹਿੰਦੇ ਲੈਟਰ ਆਈਆਂ ਵੀ ਜਿਹੜਾ ਪ੍ਰਿੰਸੀਪਲਾਂ ਦਾ ਚੇਂਜ ਕੀਤਾ ਗਿਆ, ਚੁਣਾਵ ਕੀਤਾ ਗਿਆ, ਪ੍ਰਕਿਰਿਆ ਜਿਹੜੀ ਆ ਉਹ 'ਚ ਅਨਿਯਮਿਤਤਾਵਾਂ ਵਰਤੀਆਂ ਗਈਆਂ, ਨਿਯਮਾਂ ਅਨੁਸਾਰ ਨਹੀਂ ਹੋਈਆਂ, ਭਾਈ ਭਤੀਜਾਵਾਦ ਹੋਇਆ ਚੱਲਿਆ ਉਹਦੇ 'ਚ। ਤੇ ਗੱਲ ਤੇ ਮਾੜੀ ਆ ਵੀ ਨਿੱਕੀ ਨਿੱਕੀ ਗੱਲ ਤੋਂ ਟਕਰਾਓ। ਜੇ ਉਹਨਾਂ ਕੁਲਦੀਪ ਚਾਹਲ ਦੇ ਉੱਤੇ ਗਵਰਨਰ ਜੇ ਬਦਲਿਆ, ਅੱਜ ਤੱਕ ਕਦੀ ਕਿਸੇ ਨੇ ਵਾਪਸ ਨਹੀਂ ਭੇਜਿਆ ਕੋਈ SSP ਚੰਡੀਗੜ੍ਹ ਤੋਂ। ਜੇ ਭੇਜਿਆ ਤਾਂ ਕਿਸੇ ਕਾਰਨ ਕਰਕੇ ਭੇਜਿਆ, ਫਿਰ ਕਾਰਨ ਤੁਹਾਨੂੰ ਦੱਸੇ ਵੀ। ਉਦੋਂ ਉਹਨਾਂ ਨੇ ਚਿੱਠੀ ਲਿਖਤੀ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਨੂੰ ਅਫਸਰਾਂ ਦੱਸਿਆ ਹੀ ਕੁਛ ਨਹੀਂ ਵੀ ਕਿਉਂ ਇਹਨੂੰ ਬਦਲਦਾ ਜੀ, ਸਾਡਾ ਪੰਜਾਬ ਦੀ ਸੀਟ ਹੈਗੀ ਆ, ਪੰਜਾਬ ਦਾ ਬੰਦਾ ਲਾਉਣਾ ਚਾਹੀਦਾ। ਉਹਨਾਂ ਨੇ ਫਿਰ ਦੱਸਿਆ ਮੈਂ ਚੀਫ ਸੈਕਟਰੀ ਨੂੰ ਬੁਲਾ ਕੇ ਗਿਆ ਸੀ। ਹਾਂ ਵੀ ਮੈਂ ਤੇ ਬੁਲਾ ਕੇ ਗਿਆ ਸੀ, ਤੁਹਾਨੂੰ ਨਹੀਂ ਦੱਸਦੇ ਬੰਦੇ ਤੁਹਾਡੇ, ਤੇ ਬੜੀ ਮਾੜੀ ਗੱਲ ਆ। ਕਿਉਂ ਨਹੀਂ ਦੱਸਦੇ? ਇਹਨਾਂ ਦੀ ਕਮਜ਼ੋਰੀ ਹੈ ਨਾ ਵੀ ਇਹਨਾਂ ਦੇ ਅਫਸਰ ਇਹਨਾਂ ਨੂੰ ਨਹੀਂ ਦੱਸਦੇ। ਅਰਕੇਸ਼ ਜੀ ਵੇਖੋ ਹੁਣ ਦੇਖੋ ਦੋਨਾਂ ਚੋਂ ਇੱਕ ਧਿਰ ਤੇ ਗਲਤ ਹੈਗੀ ਨਾ। ਦੇਖੋ ਸੰਵਿਧਾਨ ਦਾ ਜ਼ਿਕਰ ਕਰ ਰਿਹਾ ਹੈ ਗਵਰਨਰ ਸਾਹਿਬ, ਉਹ ਕਹਿੰਦੇ ਵੀ ਤੁਸੀਂ ਬਾਧੇ ਹੋ ਮੈਨੂੰ ਦੱਸਣ ਵਾਸਤੇ। ਬਿਲਕੁਲ। ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਇਹ ਕਹਿ ਰਹੇ, ਦਾਵਾ ਕਰ ਰਹੇ ਵੀ ਮੈਂ ਤੁਹਾਨੂੰ ਜਵਾਬ ਦੇ ਨਹੀਂਗਾ, ਮੈਂ ਜਵਾਬ ਦੇ ਜਨਤਾ ਨੂੰ। ਹੁਣ ਇੱਥੇ ਗਵਰਨਰ ਸਾਹਿਬ ਗਲਤ ਕਹਿ ਰਹੇ ਆ, ਕਹਿੰਦੇ ਆ ਤੁਹਾਨੂੰ ਲੋਕਾਂ ਨੇ ਪ੍ਰਸ਼ਾਸਨ ਚਲਾਉਣ ਲਈ ਚੁਣਿਆ ਹੈ ਸੰਵਿਧਾਨ ਮੁਤਾਬਕ, ਨਾ ਕਿ ਸਨਕ ਮੁਤਾਬਕ ਤੇ ਆਪਣੀ ਮਰਜ਼ੀ ਮੁਤਾਬਕ। ਸਵਾਲ ਜੋ ਮਰਜ਼ੀ ਕਰੀ ਜਾਓ। ਸਵਾਲ ਹੋ ਗਿਆ ਨਾ ਵੀ ਹੁਣ ਜਾਂ ਤੇ ਗਵਰਨਰ ਸਾਹਿਬ ਕਿਤੇ ਨਾ ਕਿਤੇ ਗਲਤ ਕਹਿ ਰਹੇ ਨੇ ਜਾਂ ਮੁੱਖ ਮੰਤਰੀ ਸਾਹਿਬ ਗਲਤ ਕਹਿ ਰਹੇ ਨੇ, ਕਿਉਂਕਿ ਉਹਨਾਂ ਨੇ ਸੰਵਿਧਾਨ ਦਾ ਜ਼ਿਕਰ ਕੀਤਾ। ਸੰਵਿਧਾਨ ਦੀ ਦੇਖੋ ਮੈਂ ਵੀ ਨਹੀਂ ਪੜਿਆ ਨਾ, ਮੈਂ ਪੂਰਾ ਸੰਵਿਧਾਨ ਦਾ ਜਾਣਕਾਰ ਹਾਂ, ਤੇ ਮੇਰਾ ਖਿਆਲ ਬਹੁਤ ਸਾਰੇ ਲੋਕ, ਸਾਰੇ ਦਰਸ਼ਕ ਵੀ ਜਿਹੜੇ ਨੇ ਸੰਵਿਧਾਨ ਨੂੰ ਜਿੱਦਣ ਮਰਜ਼ੀ ਤੋੜ ਮਰੋੜ ਲਓ। ਨਹੀਂ ਪਰ ਇੱਕ ਗੱਲ ਹੈਗੀ ਹੈ, ਅਦਾਲਤਾਂ 'ਚ ਵਕੀਲ ਇੱਕੋ ਹੀ ਗੱਲ ਨੂੰ ਕਿੱਧਰ ਮਰੋੜ ਕੇ ਲੈ ਜਾਂਦੇ, ਕੋਈ ਕਾਨੂੰਨ ਆਪਣੇ ਹਿਸਾਬ ਨਾਲ ਲੈ ਲੈਂਦਾ, ਕੋਈ ਆਪਣੇ ਹਿਸਾਬ ਨਾਲ ਲੈਂਦਾ। ਇੱਕ ਗੱਲ ਕਹੀ ਹੈਗੀ ਹੈ, ਜਿਵੇਂ ਬਹੁਤ ਸਾਲ ਇਹਨਾਂ ਨੇ ਪੱਤਰਕਾਰਤਾ ਵੀ ਕੀਤੀ ਗਵਰਨਰ ਸਾਹਿਬ ਨੇ। ਚੌਥਾ ਇਹਨਾਂ ਦਾ ਮਤਲਬ ਸਟੇਟ ਆ ਜਿੱਥੇ ਰਾਜਪਾਲ ਲੱਗੇ ਨੇ। ਇਸ ਤੋਂ ਪਹਿਲੇ ਤਾਮਿਲਨਾਡੂ 'ਚ ਰਹੇ, ਮੇਘਾਲਿਆ 'ਚ ਰਹੇ, ਹੋਰ ਵੀ ਕਈ ਥਾਵਾਂ 'ਤੇ ਰਹੇ ਨੇ, MP ਰਹੇ ਨੇ, ਮਿਨਿਸਟਰ ਰਹਿ ਚੁੱਕੇ ਨੇ ਆਪਣੇ ਉੱਥੇ। ਵੇਖੋ ਸਮਝਦਾਰ ਬੰਦੇ ਆ। ਗਵਰਨਰ ਸਾਹਿਬ ਨੇ ਚੇਤਾਵਨੀ ਵੀ ਦੇ ਦਿੱਤੀ ਆ ਵੀ ਜੇ 15 ਦਿਨ 'ਚ ਸਰਕਾਰ ਨੇ ਜਵਾਬ ਨਾ ਦਿੱਤਾ ਤੇ ਉਹ ਆਂਦੇ ਮੈਂ ਕਾਨੂੰਨੀ ਸਲਾਹ ਲਵਾਂਗਾ ਵੀ ਮੈਂ ਕੀ ਕਾਰਵਾਈ ਕਰ ਸਕਦਾ ਕਾਨੂੰਨੀ ਤੌਰ ਤੇ। ਅਮਰਕੇਸ਼ ਜੀ ਦੇਖੋ ਇਹ ਟਕਰਾਅ ਜਿਵੇਂ ਅਸੀਂ ਪਹਿਲੇ ਕਹਿੰਦੇ ਆ ਵੀ ਪੰਜਾਬ ਸਟੇਟ ਦਾ ਪਹਿਲੇ ਮਾੜਾ ਹਾਲ ਹੈ। ਦੇਖੋ ਕਰਜ਼ ਥੱਲੇ ਦਬਿਆ ਹੈ, ਪੰਜਾਬ ਦੀਆਂ ਹੋਰ ਬੜੀਆਂ ਪ੍ਰੋਬਲਮਸ ਨੇ, ਨਸ਼ੇ ਨੂੰ ਪੰਜਾਬ ਨੇ ਖਾ ਲਿਆ, ਪੰਜਾਬ ਦਾ ਪਾਣੀ ਬਰਬਾਦ ਹੋ ਗਿਆ, ਥੱਲੇ ਚਲਾ ਗਿਆ, ਕਈ ਉਦਯੋਗ ਬੰਦ ਕਰਨੇ ਪੈ ਗਏ ਨੇ। ਵੀ ਇਸ ਤਰ੍ਹਾਂ ਦੇ ਟਕਰਾਅ ਤੋਂ ਬਚਣ ਦੀ ਬਜਾਏ ਮਤਲਬ ਕੀ ਵਿਚਲਾ ਰਸਤਾ ਨਹੀਂ ਲੱਭਿਆ ਜਾ ਜੇ ਬੈਠ ਕੇ ਮਿਲ ਕੇ ਗਵਰਨਰ ਸਾਹਿਬ ਨਾਲ ਗੱਲ ਕਰਕੇ ਤੇ ਉਹਨਾਂ ਨੂੰ ਸਮਝਾ ਦਿੰਦੇ ਤੇ ਨੁਕਸਾਨ ਕੀ ਸੀ? ਅਮਰਕੇਸ਼ ਜੀ ਇਹ ਵੀ ਬੜਾ ਵੱਡਾ ਸਵਾਲ ਹੈ। ਅਹਿਮ ਦਾ ਮਸਲਾ ਬਣ ਗਿਆ ਵੀ ਤੂੰ ਵੱਡਾ ਕਿ ਮੈਂ ਵੱਡਾ। ਜੀ ਇਹ ਵੀ ਬੜਾ ਵੱਡਾ ਟਕਰਾਅ ਨਹੀਂ ਹੋਣਾ ਚਾਹੀਦਾ। ਸੰਵਿਧਾਨਿਕ ਪੋਸਟ ਤੇ ਭਾਵੇਂ ਬੈਠੇ, ਦੇਖੋ ਇੱਕ ਗਵਰਨਰ, ਉਹ ਮਾਨਯੋਗ CM ਸਾਹਿਬ ਨੂੰ ਵੀ ਸ਼ਪਥ ਕੌਣ ਦਵਾਉਂਦਾ ਇਹਨਾਂ ਨੂੰ? ਜਦੋਂ ਸੰਵਿਧਾਨ ਗਵਰਨਰ ਸਾਹਿਬ ਦਵਾਉਂਦੇ, ਤਮਾਮ ਮੰਤਰੀਆਂ ਨੂੰ ਸਹੁੰ ਕੌਣ ਦਵਾਉਂਦਾ? ਗਵਰਨਰ ਸਾਹਿਬ ਦਵਾਉਂਦੇ। ਤਮਾਮ ਵਿਧਾਇਕਾਂ ਨੂੰ ਸਹੁੰ ਕੌਣ ਦਵਾਉਂਦਾ? ਗਵਰਨਰ ਸਾਹਿਬ ਦਵਾਉਂਦੇ। ਤੇ ਫਿਰ ਜੇ ਉਹਨਾਂ ਨੇ ਤੁਹਾਨੂੰ ਕੋਈ ਚਿੱਠੀ ਲਿਖੀ ਹੈ, ਜੇ ਤੁਸੀਂ ਉਹਨੂੰ ਜਵਾਬ ਉਹਨਾਂ ਨੂੰ ਦੇ ਦਿਓ ਤੇ ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਨੁਕਸਾਨ ਹੋਣਾ। ਪਰ ਮਾਨ ਸਾਹਿਬ ਜ਼ਿਆਦਾ ਸਿਆਣੇ ਆ। ਵੇਖੋ ਹੁਣ ਇਹ ਮਾਨ ਸਾਹਿਬ ਦਾ ਦੇਣਾ ਚਾਹੀਦਾ। ਭੰਡਾਰੀ ਸਾਹਿਬ ਲੜਾਈ ਦੇ ਵਿੱਚ ਕੁਝ ਨਹੀਂ ਰੱਖਿਆ ਹੁੰਦਾ। ਇਹ ਵੀ ਹੈ ਨਾ ਅਹਿਮ ਦਾ ਮਸਲਾ। ਵੇਖੋ ਤੁਸੀਂ ਲੀਡਰ ਜੇ, ਲੋਕਾਂ ਨੂੰ ਉਪਦੇਸ਼ ਦਿੰਦੇ ਜੇ, ਪਹਿਲਾਂ ਆਪਣਾ ਕਿਰਦਾਰ ਚੰਗਾ ਰੱਖੋ। ਜੀ ਦੇਖੋ ਮੁੱਖ ਦੀ ਲੜਾਈ ਚੰਗੀ ਨਹੀਂ ਹੁੰਦੀ। ਲੱਗ ਰਿਹਾ ਵੀ ਹੁਣ ਮਾਨ ਸਾਹਿਬ ਦਾ ਟਵੀਟ ਆਪੇ ਹੀ ਨਹੀਂ ਜਲਦੀ ਉਹਨਾਂ ਨੇ ਜਲਦਬਾਜ਼ੀ 'ਚ ਦੇਤਾ ਜਾਂ ਉਹਨਾਂ ਕੋਲ ਟਵੀਟ ਕਰਵਾਇਆ ਗਿਆ, ਕਿਉਂ ਉਹਦੇ ਉਹ 'ਚੋਂ ਬਾਅਦ 'ਚੋਂ ਰਾਘਵ ਚੱਡਾ ਸਾਹਿਬ ਦਾ ਵੀ ਮੈਂ ਟਵੀਟ ਸੁਣ ਰਿਹਾ ਸੀਗਾ ਕਿਤੇ, ਵੀ ਉਹਨਾਂ ਨੇ ਵੀ ਕਿਹਾ ਵੀ ਇਹ ਕਿਸ ਤਰ੍ਹਾਂ ਡਿਕਟੇਟ ਕਰ ਸਕਦੇ ਆ, ਨਾ ਤੇ ਸ਼ਾਇਦ ਫਰਮਾਨ ਹੈ। ਕੋਈ ਸਗੋਂ ਸੀਨੀਅਰ ਲੀਡਰ ਹੈਗੇ ਆ, ਨੇਤਾ ਰਹੇ ਆ ਰਾਜਪਾਲ ਜੀ, ਉਹਨਾਂ ਦੀ ਸਲਾਹ ਲੈਣ ਵੀ ਕਿੱਦਾਂ ਨਸ਼ੇ ਕਾਬੂ ਕੀਤੇ ਜਾ ਸਕਦੇ ਆ, ਆਮ ਤੌਰ ਤੇ ਕਿੱਦਾਂ ਮਸਲੇ ਹੱਲ ਹੋ ਸਕਦੇ ਪੰਜਾਬ ਦੇ। ਉਹਨਾਂ ਨੂੰ ਦੱਸਣ ਜਾ ਕੇ ਵੀ ਸੈਂਟਰ ਜਿਹੜਾ
ਪੰਜਾਬ ਨਾਲ ਸਤੇਲਾ ਵਿਵਹਾਰ ਕਰਨ ਡਿਆ, ਸੈਂਟਰ ਤੋਂ ਸਾਨੂੰ ਫੰਡ ਰਿਲੀਜ਼ ਕਰਾਓ, ਅਰਕੇਸ਼ ਜੀ, ਸਾਨੂੰ ਕੋਈ ਸਹੂਲਤਾਂ ਦਿਵਾਓ। ਵੈਸੇ ਨਾ ਇਹਨਾਂ ਨੂੰ ਚਾਹੀਦਾ ਗਵਰਨਰ ਸਾਹਿਬ ਦਾ ਫਾਇਦਾ ਲੈਣ, ਇਹ ਫਾਇਦਾ ਲੈਣ ਦੀ ਥਾਂ ਤੇ ਤੁਹਾਨੂੰ ਮੁੱਕੀ ਹੋਣ ਆ। ਜਦੋਂ ਗਵਰਨਰ ਸਾਹਿਬ ਇੱਥੇ ਆਏ ਸੀ ਨਾ, ਉਸ ਪ੍ਰੈਸ ਕਾਨਫਰੰਸ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀਗਾ, ਉਹਨਾਂ ਜੀ, ਨੇ ਜੀ। ਕਿਹਾ ਸੀਗਾ ਵੀ ਇਹ ਪੰਜਾਬ ਦੀਆਂ ਪ੍ਰੋਬਲਮਸ ਨੇ, ਨਸ਼ਾ ਸਕੂਲਾਂ ਤੱਕ ਆ ਗਿਆ, ਜੇਲ੍ਹਾਂ 'ਚੋਂ ਮੋਬਾਈਲ ਫੜੇ ਜਾ ਰਹੇ ਨੇ, ਨਸ਼ੇ ਦੇ ਬਹੁਤ ਵੱਡਾ ਇੱਥੇ ਆਉਣ ਵਾਲੀ ਪੀੜ੍ਹੀਆਂ ਨੂੰ ਯਕੀਨ ਦੇਣ ਜਾਵਾਂ। ਕਹਿੰਦੇ ਵੀ ਇੱਕ ਪਲਾਨ ਬਣਾਓ ਤੇ ਸਰਕਾਰ ਸੈਂਟਰ ਨੂੰ ਲਿਖੋ ਤੁਸੀਂ, ਤੇ ਜੇ ਸੈਂਟਰ ਦੇ ਮੈਨੂੰ ਲੋੜ ਹੈ, ਮੇਰੀ ਲੋੜ ਹੈ ਕਿਤੇ, ਮੈਂ ਨਾਲ ਤੁਹਾਡੀ ਚਿੱਠੀ ਦੇ ਨੂੰ ਅੰਡੋਸ ਕਰੂੰਗਾ ਤੇ ਸੈਂਟਰ ਨੂੰ ਕਹੂੰਗਾ ਵੀ ਇਹ ਚੀਜ਼ਾਂ ਪੰਜਾਬ, ਕਿਉਂਕਿ ਬਾਰਡਰ ਸਟੇਟ ਹੈ ਸਾਡੀ, ਤੇ ਇਹ ਚੀਜ਼ਾਂ ਦਿਓ। ਤੇ ਮਾਨਯੋਗ ਗਵਰਨਰ ਸਾਹਿਬ ਨੂੰ ਮੇਰੀ ਵੀ ਇੱਕ ਬੇਨਤੀ ਹੈ ਵੀ ਪਾਕਿਸਤਾਨ ਬਾਰਡਰ ਦੇ ਉੱਤੇ ਸਕੈਨਰ ਲਾਏ ਆ ਸੈਂਟਰ ਗਵਰਨਮੈਂਟ ਨੇ 2, ਉਹ ਸਕੈਨਰ ਪਾਕਿਸਤਾਨ ਵਾਲੇ ਤੇ ਹੈਗੇ ਆ ਪਰ ਸਾਡੇ ਪਾਸੇ ਨਹੀਂ ਹੈਗੇ, ਵੀ ਤੁਸੀਂ ਬੇਨਤੀ ਕਰੋ ਜਾਂ ਬੀਜੇਪੀ ਦੀ ਆਲਾ ਲੀਡਰਸ਼ਿਪ ਨੂੰ, ਕਿਉਂਕਿ ਪੰਜਾਬ ਦੀ ਲੀਡਰਸ਼ਿਪ ਜਾਂ ਤੇ ਕਹਿ ਕੇ ਥੱਕ ਗਈ ਉਹਨਾਂ ਨੂੰ, ਤੇ ਜਾਂ ਉਹਨਾਂ 'ਚ ਇੰਨਾ ਦਮ ਨਹੀਂ ਹੈ ਵੀ ਜਦੋਂ ਉੱਥੇ ਜਾਂਦੇ ਉਹ ਗੱਲ ਹੀ ਕੋਈ ਨਹੀਂ ਕਰਦੇ ਵੀ ਉੱਥੋਂ ਨਸ਼ਾ ਆ ਰਿਹਾ ਹੈ, ਡਰੋਨ ਰਾਹੀਂ ਹਥਿਆਰ ਆ ਰਹੇ ਨੇ, ਹੋਰ ਵੀ ਕਈ ਚੀਜ਼ਾਂ ਜਿਹੜੀਆਂ ਆ ਰਹੀਆਂ। ਤੇ ਗੱਲ ਕਈ ਵਾਰੀ ਹੁੰਦੀ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤੇ ਪੰਜਾਬ ਦਾ ਇਹ ਜੇ ਬਾਰਡਰ ਖੁੱਲ ਜਾਵੇ ਪਾਕਿਸਤਾਨ ਦੇ ਨਾਲ, ਇੱਥੋਂ ਲਾਹੌਰ ਅੰਮ੍ਰਿਤਸਰ ਦਾ ਬਾਰਡਰ ਤੇ ਅੰਮ੍ਰਿਤਸਰ ਦੀ ਜ਼ਮੀਨ ਇੰਚਾਂ ਦੇ ਭਾਅ ਵਿਕੂਗੀ। ਮਤਲਬ ਇਹ ਸਾਰੀਆਂ ਮਸਲੇ ਵੀ ਪੰਜਾਬ ਨੂੰ ਫਾਰਮਰ ਕਰਜ਼ਦਾਰ ਆ, ਲਗਾਤਾਰ ਦੇਖੋ ਨਾ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਨੇ, ਵੀ ਇਹ ਸਾਰੀਆਂ ਸਮੱਸਿਆਵਾਂ ਨੇ। ਬਈ ਇਹਨਾਂ ਨੂੰ ਵੀ ਤੇ ਮੈਂਡੇਟ ਤਾਂ ਹੀ ਮਿਲਿਆ ਨਾ ਜੀ, ਪੁਰਾਣੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ, ਲੋਕਾਂ ਨੇ ਬਦਲ ਕੇ ਤੁਹਾਨੂੰ ਲੈਤਾ ਵੀ ਜੇ ਤੁਸੀਂ ਵੀ ਉਸ ਤਰ੍ਹਾਂ ਹੀ ਕਰਨ ਲੱਗ ਜਾਓਗੇ, ਟਕਰਾਵ ਦੀ ਸਥਿਤੀ ਪੈਦਾ ਕਰੋਗੇ ਤੇ ਉਹਦਾ ਪੰਜਾਬੀਆਂ ਨੂੰ ਕੀ ਫਾਇਦਾ ਹੋ ਸਕਦਾ ਹੈ? ਵੀ ਤੁਹਾਨੂੰ ਪਰਸਨਲ ਲੈਵਲ ਤੇ ਆਪਣਾ ਫਾਇਦਾ ਜ਼ਰੂਰ ਮਿਲ ਸਕਦਾ ਇਹਦੇ 'ਚ, ਵੀ ਪਾਰਟੀ 'ਚ ਤੁਹਾਡਾ ਕੱਦ ਉੱਚਾ ਹੋ ਸਕਦਾ ਹੈ ਜਾਂ ਹੋਰ ਕੋਈ ਗੱਲ ਹੋ ਸਕਦੀ ਹੈ। ਆਮ ਬੰਦੇ ਨੂੰ ਤੇ ਇਹਦਾ ਕੋਈ ਫਾਇਦਾ ਨਹੀਂ ਹੈ ਨਾ ਜੀ। ਹੁਣ ਅਸੀਂ ਵੀ ਦੇਖੋ ਕਿ ਜੀ ਟੱਕਰਾਂ ਮਾਰਨ ਡਏ ਆ ਵੀ ਚਿੱਠੀ ਤੇ ਬਹਿਸ ਕਰਨ, ਵੀ ਕਿਆ ਤੁਸੀਂ ਗੱਲ ਕਰਨੀ ਹੈ। ਮਾਨ ਸਾਹਿਬ ਕੱਲ ਤੇ ਪ੍ਰੈਸ ਕਾਨਫਰੰਸ ਵਿੱਚ ਬੜੇ ਸੁਖਾਵੇਂ ਮਾਹੌਲ 'ਚ ਕਰਨ ਡਏ ਸੀਗੇ ਵੀ 23-24 ਨੂੰ ਫਰਵਰੀ ਨੂੰ ਹੋ ਰਹੀ ਹੈ ਇੱਕ ਸੁਮਿਟ ਕਰਾਉਣ ਜਾ ਰਹੇ ਆ ਜਿੱਥੇ ਨਿਵੇਸ਼ਕਾਂ ਦਾ ਸੰਮੇਲਨ ਹੋਏਗਾ। ਉਹ ਦੱਸ ਰਹੇ ਸੀ ਵੀ 38,000 ਕਰੋੜ ਤੋਂ ਵੱਧ ਜਿਹੜਾ ਨਿਵੇਸ਼ 10 ਮਹੀਨਿਆਂ ਤੱਕ ਆ ਗਿਆ, 2,43,000 ਬੰਦਿਆਂ ਨੂੰ ਲੋਕ, ਤੇ ਸ਼ਾਮ ਨੂੰ ਇਹ ਨਵਾਂ ਹੀ ਪਟਾਕਾ ਪੈ ਗਿਆ। ਵੇਖੋ ਲੜਾਈ ਨਹੀਂ ਚੰਗੀ, ਤੇ ਬਾਰਡਰ ਖੋਲਣ ਦੀ ਗੱਲ ਕੀਤੀ ਵਪਾਰ ਕਰਨ ਦੀ। ਉਹਨਾਂ ਮਾਨ ਸਾਹਿਬ ਨੇ ਕਹਿਤਾ ਵੀ ਅਸੀਂ ਗੁਆਂਢੀ ਮੁਲਕ ਨਾਲ ਵਪਾਰ ਨਹੀਂ ਕਰਨਾ, ਉਥੋਂ ਨਸ਼ਾ ਆ ਰਿਹਾ, ਉਥੋਂ ਡਰੋਨ ਥਾਈ ਹਥਿਆਰ ਆ ਰਹੇ ਆ, ਉਥੋਂ ਅੱਤਵਾਦ ਫੈਲਾਇਆ ਜਾ ਰਿਹਾ, ਸਾਡਾ ਉਹਨਾਂ ਨਾਲ ਵਪਾਰ ਨਹੀਂ ਚੱਲ ਸਕਦਾ। ਨਹੀਂ, ਉਹ ਉਹਨਾਂ ਨੇ ਗੱਲ ਕੀਤੀ ਹੈ ਜਦੋਂ ਸੁਨੀਲ ਜਾਖੜ ਉਹਨਾਂ ਨੇ ਪਾਕਿਸਤਾਨ ਦੀ ਮਦਦ ਕਰਨ ਦੀ ਗੱਲ ਕੀਤੀ ਸੀ, ਤੇ ਉਹਨਾਂ ਨੇ ਫਿਰ ਤੰਜ ਕੱਸਿਆ ਵੀ ਜਾਖੜ ਸਾਹਿਬ ਨੂੰ ਕਹੋ ਨਾ ਕਿੰਨੂੰ ਭੇਜ ਦੇਣਾ ਆਪਣੇ ਉਧਰ ਬੋਰ ਵਾਲੇ ਪਾਸਿਓਂ। ਤੇ ਬਾਕੀ ਇਸ ਗੱਲ ਤੇ ਕਿ ਜੀ ਗੱਲ ਹੈ ਫਿਰ ਤੇ ਜਾਂ ਤੇ ਹੋਏ ਨਾ ਪਾਕਿਸਤਾਨ ਦੇ ਨਾਲ ਸਾਰਾ ਵਪਾਰ ਬੰਦ ਆ, ਉਹ ਦੂਜੇ ਪਾਸਿਓਂ ਵਪਾਰ ਚਾਲੂ ਆ, ਤੇ ਹਾਂ ਫਿਰ ਇੱਥੋਂ ਵੀ ਜਾਂ ਤੇ ਬੰਦ ਕਰ ਦਿਓ, ਉਧਰੋਂ ਵੀ ਬੰਦ ਕਰ ਦਿਓ ਨਾ। ਉਹ ਤੇ ਸਗੋਂ ਮਹਿੰਗਾ ਪੈਂਦਾ, ਉਹੀ ਹੋ ਗਿਆ ਨਾ ਜਿੱਦਾਂ ਕੋਲਾ ਲਿਆਓ ਆਰ ਵੱਲੋਂ, ਤੇ ਉਹੀ ਕੰਮ ਹੋ ਗਿਆ ਵੀ ਇੱਥੋਂ ਸਸਤਾ ਪੈਣਾ। ਇਸ ਕਰਕੇ ਬਹੁਤ ਸਾਰੀਆਂ ਨਾਲੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ। ਟਕਰਾਵ ਦੇਖੋ ਕਿਸੇ ਵੀ ਹੁਣ 15 ਦਿਨ ਜਿਹੜੇ ਨਾ ਉਹ ਇਸ ਵੇਲੇ ਹੁਣ ਪੰਜਾਬ ਦੇ ਵੀ ਬੜੇ ਕ੍ਰੂਸ਼ਲ ਨੇ। ਦੇਖੋ ਜਿੰਨਾ ਟਕਰਾਵ ਇਸ ਵਾਰੀ ਪੰਜਾਬ ਦੇ ਗਵਰਨਰ ਸਾਹਿਬ ਦਾ ਤੇ ਦੇਖਣ ਨੂੰ ਮਿਲਿਆ ਨਾ ਮੁੱਖ ਮੰਤਰੀ ਸਾਹਿਬ ਦਾ, ਉਹ ਕਿਸੇ ਨੂੰ ਪਹਿਲੇ ਨਹੀਂ ਵੇਖਿਆ। ਪਰ ਇਹ ਵੀ ਗੱਲ ਹੈ ਵੀ ਇਹ ਵੀ ਕਿਹਾ ਜਾ ਰਿਹਾ ਵੀ 7 ਸਟੇਟਾਂ ਹੋਰ ਨੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਗਈ, ਉੱਥੇ ਵੀ ਗਵਰਨਰ ਦਾ ਤੇ ਜਿਹੜੀ ਸਟੇਟ ਗਵਰਨਮੈਂਟ ਹੈ ਨਾ ਉਹਦਾ ਟਕਰਾਵ ਹੈ। ਤੁਸੀਂ ਦਿੱਲੀ 'ਚ ਹੀ ਵੇਖ ਲਓ, ਤਾਮਿਲਨਾਡੂ 'ਚ ਦੇਖ ਲਓ। ਬਈ ਇਹ ਭੰਡਾਰੀ ਸਾਹਿਬ ਹੋ ਗਿਆ ਨਾ ਵੀ ਬੀਜੇਪੀ ਸਟੇਬਲ ਗਵਰਨਮੈਂਟ ਨਹੀਂ ਰਹਿਣ ਦਿੰਦੀ ਜਿੱਥੇ ਇਹਨਾਂ ਦੀ ਸਰਕਾਰਾਂ ਨਹੀਂ ਹੈਗੀਆਂ। ਉਹਨਾਂ ਨੂੰ ਕਿਸੇ ਤਰੀਕੇ ਤਕੰਨ ਕਰਦੇ, ਕਦੀ ਗਰਾਂਟਾਂ ਬੰਦ ਕਰ ਦਿੰਦੀ, ਕਦੀ ਕਹਿੰਦੀ ਕੋਲਾ ਉਧਰੋਂ ਨਹੀਂ ਤੇ ਉਹ ਸ਼ਿਪ ਤੋਂ ਲਿਆਓ, ਫਿਰ ਕੋਈ ਨਾ ਕੋਈ ਤੰਗ ਹੀ ਕਰਦੇ ਪਏ ਨਾ ਸਰਕਾਰ ਨੂੰ। ਉਹਦੇ 'ਚ ਦੂਸਰੀ ਗੱਲਾਂ ਵੀ ਦੇਖੋ, ਸਮਝਦਾਰੀ ਤੋਂ ਕੰਮ ਇਹ ਲੈਣਾ ਚਾਹੀਦਾ ਵੀ ਜੇ ਵਾਕਈ ਉਹਨਾਂ ਨੇ ਚਿੱਠੀਆਂ ਲਿਖੀਆਂ ਤੇ ਉਹਨਾਂ ਚਿੱਠੀਆਂ ਦਾ ਜਵਾਬ ਦੇਣਾ ਚਾਹੀਦਾ। ਗਵਰਨਰ ਇਹ ਆਮ ਲੋਕਾਂ ਦੀਆਂ ਚਿੱਠੀਆਂ ਜਵਾਬ ਨਹੀਂ ਦਿੰਦੇ, ਤੇ ਇਹ ਗਵਰਨਰ ਨੂੰ ਵੀ ਆਮ ਲੋਕਾਂ ਨੂੰ ਮਿਲਦੇ ਆ। ਜਾਂ ਤੇ ਫਿਰ ਜਦੋਂ ਤੁਸੀਂ ਸਹੁੰ ਗਵਰਨਰ ਸਾਹਿਬ ਕੋਲ ਲੈਂਦੇ ਹੋ ਕਹਿ ਦਿਓ ਨਾ ਵੀ ਅਸੀਂ ਮੰਨਦੇ ਨਹੀਂ ਤੁਹਾਨੂੰ, ਅਸੀਂ ਤੁਹਾਡੇ ਕੋਲ ਸਹੁੰ ਵੀ ਨਹੀਂ ਚੁੱਕਣੀ, ਵੀ ਕਿਉਂ ਚੁੱਕਦੇ ਜੇ ਫਿਰ ਸਹੁੰਆਂ? ਵੀ ਤੁਸੀਂ ਇਹ ਬਹੁਤ ਸਾਰੀਆਂ ਗੱਲਾਂ ਪੰਜਾਬ ਨੂੰ ਆਪਣਾ ਅਸਤੀਫਾ ਦਿੰਦੇ ਆ, ਵੀ ਗਵਰਨਰ ਨੂੰ ਦਿੰਦੇ ਆ। ਅਬ ਦੇਖੋ ਇਸ ਕਰਕੇ ਗਵਰਨਰ ਕੋਲ ਸੰਵਿਧਾਨਕ ਤਾਕਤ ਤੇ ਬਹੁਤ ਆ ਵੀ ਠੀਕ ਹੈ। ਬਾਬਾ ਸਾਹਿਬ ਅੰਬੇਦਕਰ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਵੀ ਸੰਵਿਧਾਨ ਬਣਾਇਆ ਗਿਆ ਸੀ, ਦੇਖੋ ਉਹਨਾਂ ਨੇ ਨਿਆਂਪਾਲਿਕਾ ਨੂੰ ਵੀ ਅਧਿਕਾਰ ਦਿੱਤੇ, ਕਾਰਜਪਾਲਿਕਾ ਨੂੰ ਵੀ ਅਧਿਕਾਰ ਦਿੱਤੇ, ਹੋਰ ਦੇਖੋ ਅਧਿਕਾਰ ਦਿੱਤੇ, ਪਰ ਇਹ ਕਿੱਦਾਂ ਰਲ ਮਿਲ ਗਏ ਸਾਰੇ, ਵੀ ਕਿੱਦਾਂ ਪੰਜਾਬ ਦਾ ਦੇਸ਼ ਦਾ ਕਿੱਦਾਂ ਚੱਲਦਾ ਰਿਹਾ ਗੋਲਮਾਲ। ਚਲੋ ਫਿਰ ਲੰਬੀਆਂ ਗੱਲਾਂ ਹੋ ਜਾਣੀਆਂ, ਉਧਰ ਜਾਵਾਂਗੇ। ਤੇ ਦੇਖੋ ਜੀ ਗਵਰਨਰ ਸਾਹਿਬ ਜਿਹੜੀ ਵੀ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਆ, ਸਰਕਾਰ ਨੂੰ ਉਹਨਾਂ ਦੀ ਸੁਣਨੀ ਚਾਹੀਦੀ ਆ, ਰਲ ਮਿਲ ਕੇ ਕੋਈ ਸੋਲੂਸ਼ਨ ਕੱਢਣਾ ਚਾਹੀਦਾ, ਤੇ ਇਕੱਠੇ ਹੋ ਕੇ ਸੈਂਟਰ ਕੋਲੋਂ ਗਰਾਂਟਾਂ ਲਿਆਉਣੀਆਂ ਚਾਹੀਦੀਆਂ, ਪੰਜਾਬ ਦੇ ਮਸਲੇ ਹੱਲ ਕਰਾਉਣੇ ਚਾਹੀਦੇ ਆ। ਅਰਕੇ ਜੀ ਕੱਲ ਇੱਕ ਨਾ 2 ਵੱਡੀਆਂ ਪ੍ਰੈਸ ਕਾਨਫਰੰਸ ਹੋਈਆਂ। ਇੱਕ ਤਾਂ ਮਾਨ ਸਾਹਿਬ ਨੇ ਪਹਿਲੇ ਪਟਿਆਲਾ ਦੇ ਵਿੱਚ ਸੰਬੋਧਨ ਕੀਤਾ ਬਿਜਲੀ ਵਾਲਿਆਂ ਨੂੰ, ਉੱਥੇ ਉਹਨਾਂ ਬੜੀਆਂ ਗੱਲਾਂ ਕੀਤੀਆਂ। ਫਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਨੇ ਵੀ ਕਿਹਾ ਵੀ ਦੇਖੋ ਵੀ ਪੰਜਾਬ ਹੁਣ ਪਹਿਲੇ ਵਰਗਾ ਪੰਜਾਬ ਨਹੀਂ ਰਿਹਾ, ਵੀ ਜਿਹਦੀ ਟੋਲ ਪਲਾਜ਼ੇ ਦੀ ਡੇਟ ਖਤਮ ਹੋ ਜਾਏਗੀ, ਉਹ ਟੋਲ ਪਲਾਜ਼ੇ ਨੂੰ ਕਿਸੇ ਨੂੰ ਉਹ ਨਹੀਂ ਮਿਲੇਗੀ, ਐਕਸਟੈਂਸ਼ਨ ਨਹੀਂ ਮਿਲੇਗੀ, ਐਂਬੂਲੈਂਸਾਂ ਨਹੀਂ ਹੈ। ਪਰ ਉਹਦੇ ਨਾਲ ਦੀ ਨਾਲ
ਉਹਨਾਂ ਦੇ ਪੈਰਲਲ ਉਸੇ ਲਗਭਗ ਥੋੜੇ ਸਮੇਂ ਦਾ ਭਾਵੇਂ ਫਰਕ ਹੋਵੇ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਪ੍ਰੈਸ ਕਲੱਬ ਦੇ ਵਿੱਚ, ਜਿੱਥੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਤੇ ਉਹਨਾਂ ਦੇ ਨਾਲ ਕੁਝ ਹੋਰ ਬੁੱਧੀਜੀਵੀ ਵੀ ਬੈਠਦੇ ਨੇ। ਉਹਨਾਂ ਨੇ ਬੜੇ ਗੰਭੀਰ ਆਰੋਪ ਲਗਾਏ ਨੇ ਸਰਕਾਰਾਂ ਉੱਤੇ ਤੇ ਕਈ ਵੱਡੇ ਅਧਿਕਾਰੀਆਂ ਦੇ ਉੱਪਰ ਵੀ। ਭੰਡਾਰੀ ਸਾਹਿਬ ਕੱਲ ਪ੍ਰੈਸ ਕਲੱਬ ਦੇ ਵਿੱਚ ਪੰਜਾਬੀ ਮੰਚ ਵੱਲੋਂ ਦੇ ਅਹੁਦੇਦਾਰਾਂ ਵੱਲੋਂ ਜੀ। ਜਿਸ 'ਚ ਬੜੇ ਬੜੇ ਸੂਝਵਾਨ ਵਿਅਕਤੀ ਬੈਠੇ ਸੀ ਤੇ ਸਾਬਕਾ ਡੀਐਸਪੀ ਜਿਹੜੇ ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵਾਕਈ ਉਹਨਾਂ ਸਰਕਾਰ ਦੇ ਬੜੇ ਗੰਭੀਰ ਰੋਪ ਲਾਏ ਆ ਤੇ ਜੇ ਉਹਨਾਂ ਦੇ ਰੋਪਾਂ 'ਚ ਵਾਕਈ ਸੱਚਾਈ ਆ ਤੇ ਬੜੀ ਸੋਚਣ ਵਾਲੀ ਗੱਲ ਆ। ਫਿਰ ਤੇ ਪੰਜਾਬ ਕੀ ਮੁਲਕ ਦਾ ਹੀ ਬੇੜਾ ਗਰਕ ਹੋ ਜਾਊਗਾ। ਨਸ਼ਿਆਂ ਤੇ ਮੁੱਦੇ ਤੇ ਉਹਨਾਂ ਨੇ ਬੜੀ ਗੰਭੀਰਤਾ ਵਿਖਾਈ ਆ। ਉਹ ਜਿਹੜਾ PSIC ਦਾ ਮਾਮਲਾ ਹੋਇਆ ਸੀ, ਜਿਹੜੇ ਵਿਸਲ ਬਲੋਰ ਸੀ ਸਤਨਾਮ ਸਿੰਘ ਦਊ ਜਿਹਨੇ ਮਦਈ ਇਸ ਕੇਸ ਦੇ ਵਿੱਚ, ਉਹਨਾਂ ਤੇ ਇੱਥੋਂ ਤੱਕ ਰੋਪ ਲਾਤਾ ਵੀ ਸਰਕਾਰ ਦਾ ਤੇ IAS ਅਫਸਰਾਂ ਨਾਲ ਸਮਝੌਤਾ ਹੋ ਗਿਆ। ਇਹ 'ਚੋਂ ਪੁੱਛਗਿੱਛ ਹੀ ਬੰਦ ਹੋ ਗਈ ਆ। ਵਿਜੀਲੈਂਸ ਵਾਲੇ IAS ਵਾਲਿਆਂ ਨੂੰ IAS ਅਫਸਰਾਂ ਨੂੰ ਪੁੱਛਗਿੱਛ ਹੀ ਨਹੀਂ ਕਰਨ ਦੇ। ਇੱਥੋਂ ਤੇ ਸਾਫ਼ ਹੀ ਲੱਗਦਾ ਨਾ ਜੀ, ਜਦੋਂ ਅਸੀਂ ਕਈ ਵਾਰੀ ਗੱਲ ਕੀਤੀ ਵੀ 25 ਏਕੜ ਪਲਾਟ 125 ਪਲਾਟ ਬਣ ਗਏ। ਉਹ ਪਹਿਲਾਂ ਤੇ ਇਹ ਨਾਂ ਆਇਆ ਸੀ ਵੀ ਇੱਕ ਨੀਲਿਮਾ IAS ਉਹਨਾਂ ਨੇ ਆਪਣੇ ਰਿਸ਼ਤੇਦਾਰ ਦੇ ਨਾਂ ਤੇ ਖਰੀਦਿਆ, ਕਿਸੇ ਪੁਲਿਸ ਅਫਸਰ ਦਾ ਵੀ ਨਾਂ ਆਇਆ ਸੀ ਉਹਨੇ ਆਪਣੇ ਮਦਰ ਦੇ ਨਾਂ ਤੇ ਖਰੀਦਿਆ। ਉਦੋਂ ਤੇ ਸਰਕਾਰ ਕਹਿੰਦੀ ਸੀ ਅਸੀਂ ਨਾਂ ਸਾਰਵਜਨਿਕ ਕਰਾਂਗੇ ਤੇ ਬਾਹਰ ਉਹ ਉਹਦੇ ਤੇ ਮਤਲਬ ਚੁੱਪ ਖਾਮੋਸ਼ ਕਹਿੰਦੇ ਨੇ ਵੀ ਚੁੱਪ ਵੱਟ ਕੇ ਬਹਿ ਗਈ ਸਰਕਾਰ ਤੇ ਹੁਣ ਜੇ ਸੁਸਰੀ ਪੈ ਗਈ ਮਾਰ ਗਈ ਨੇ ਜਦੋਂ ਹੁੰਦੀ ਆ ਚੁੱਪ ਹੀ ਕਰ ਗਈ ਆ ਸੁਸਰੀ ਵਾਂਗੂ ਬੋਲਣ ਨਹੀਂ ਡਈ। PSIC ਦੇ ਮੁੱਦੇ ਤੇ ਨਾ ਵਿਜੀਲੈਂਸ ਬੋਲਣ ਡਈ ਨਾ ਸਰਕਾਰ ਬੋਲਣ ਡਈ। ਇਹ ਸਿਰਫ ਆ ਪੰਜਾਬੀ ਮੰਚ ਵਾਲੇ ਰੌਲਾ ਪਾਉਣ ਡੇ ਲੋਕਾਂ ਦੀ ਨਿਗਾਹ ਇਹਨਾਂ ਤੇ ਹੈਗੀ ਆ ਵੀ ਇਹਨਾਂ ਨੇ ਕੀ ਕਰਨ ਡੇ। ਹੁਣ ਇਹਦਾ ਮਤਲਬ ਵੀ ਛੋਟੇ ਮੋਟੇ ਬੰਦਿਆਂ ਵਾਸਤੇ ਆ ਜਿਹੜਾ ਕਾਨੂੰਨ ਹੈਗਾ, ਛੋਟੇ ਮੋਟੇ ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਦਿਓ ਤੇ ਜਾਂ ਜਿਹੜੇ ਪੋਲੀਟੀਕਲ ਬੰਦੇ ਉਹਨਾਂ ਨੂੰ ਫੜ ਕੇ ਅੰਦਰ ਦੇ ਦਿਓ। ਫਾਈਲ ਤੇ ਕੋਈ ਹਿਲਦੀ ਨਹੀਂ IAS ਅਫਸਰਾਂ ਦੇ ਬਿਨਾਂ। ਜੇ IAS ਅਫਸਰ ਨੋਟ ਪਾ ਦੇ ਕਿ ਮੈਂ ਇਸ ਚੀਜ਼ ਨਾਲ ਸਹਿਮਤ ਨਹੀਂ, ਇਹਦੇ ਨਾਲ ਸਟੇਟ ਨੂੰ ਨੁਕਸਾਨ ਹੋਊਗਾ ਖਜ਼ਾਨੇ ਨੂੰ, ਤੇ ਕੋਈ ਮਾਈ ਦਾ ਲਾਲ ਮੰਤਰੀ ਉਹਦੇ ਉੱਤੇ ਸਾਈਨ ਕਰਕੇ ਉਹ ਚੀਜ਼ ਕੰਮ ਨਹੀਂ ਕਰ ਸਕਦਾ। ਪਰ ਉਦੋਂ ਦਿਖਦਾ ਨਾ ਵੀ ਮੈਂ ਵੀ ਪਲਾਟ ਲੈ ਲੂੰਗਾ ਦੋ ਤੇ ਮੈਨੂੰ ਕਿਹਨੇ ਪੁੱਛਣਾ ਵੀ ਮੈਂ ਤੇ ਰੱਬ। ਜਿਵੇਂ ਪਿਛਲੇ ਕੁਝ ਸਾਲਾਂ 'ਚ ਜਿਵੇਂ ਰਕੇਸ਼ ਜੀ ਕਰਪਸ਼ਨ ਹੋਈ ਨਾ, ਇਹ ਵੀ ਬਲਵਿੰਦਰ ਸਿੰਘ ਉਹ ਕਹਿ ਰਹੀ ਵੀ ਇਹਨਾਂ ਨੇ ਤਾਂ ਕਹਿੰਦੇ ਅੰਨੀ ਪਾਤੀ। ਦੇਖੋ ਨਾ ਕਿ ਵਿਜੀਲੈਂਸ ਦਾ ਇੱਕ ਜਿਹੜਾ ਅਧਿਕਾਰੀ ਸਾਬਕਾ DGP ਰੈਂਕ ਦਾ ਅਧਿਕਾਰੀ ਉਹ ਵੀ ਕਹਿੰਦੇ ਆਪਣਾ ਵੇਚ ਵੱਟ ਕੇ ਭੱਜ ਗਿਆ ਤੇ ਉਹਨਾਂ ਦੇ ਵੀ ਪਰਿਵਾਰ ਦੇ ਵੱਲੋਂ ਦੱਸ ਰਹੇ ਵੀ ਉਹਨਾਂ ਦਾ ਰੋਪ ਇਹ ਆ ਵੀ ਸਰਕਾਰ ਦੇ ਤੇ ਕੁਝ ਪੋਲੀਟੀਕਲ ਲੀਡਰਾਂ ਨੇ ਪਹਿਲਾਂ ਉਹਨੂੰ ਨਿਚੋੜਿਆ ਉਹ DGP ਨੂੰ ਕਿਉਂ ਉਹਨੇ ਆਂਦੇ ਲੁੱਟ ਖਸੁੱਟ ਬੜੀ ਪਾਈ ਸੀ। ਉਹ ਆਂਦੇ ਵੀ ਇੱਕ ਲੁਧਿਆਣੇ 'ਚ ਇੱਕ ਪਲਾਟ ਅੱਗੇ ਕੰਮ ਦੇ ਆਪਣੀ ਘਰ ਦੀ ਦੇ ਨਾਲ ਲਿਖਾ ਲਿਆ ਤੇ ਉਹਦੀ ਟ੍ਰਾਂਸਫਰ ਸ਼ੋਅ ਕਰਤੀ ਮੁਹਾਲੀ ਦੇ ਪਲਾਟ ਨਾਲ, ਤੇ ਜਿਹੜਾ ਮੁਹਾਲੀ 'ਚ ਪਲਾਟ ਹੀ ਨਹੀਂ। ਪਹਿਲੀ ਗੱਲ ਤੇ ਉਹ ਵੀ ਖਿਲਾਫ ਹੈ। ਉਹ ਬੰਦਾ ਵਿਜੀਲੈਂਸ ਦਾ ਚੀਫ ਰਿਹਾ, ਉਹ ਕੀ ਇਨਸਾਫ ਦਿੱਤਾ ਉਹ ਉਸ ਵੇਲੇ? ਕੀ ਉਹ ਹੁੰਦੇ ਚਾਹੀਦਾ ਵੀ ਜਦੋਂ ਵਿਜੀਲੈਂਸ ਦੇ ਚੀਫ ਰਹੇ ਆ ਉਸ ਵੇਲੇ ਜਿੰਨੇ ਉਹਨਾਂ ਨੇ ਕੋਈ ਕੇਸਾਂ 'ਚ ਕਿਸੇ ਦੇ ਨਾਂ ਕੱਢੇ ਆ ਜਾਂ ਕੇਸ ਕੈਂਸਲ ਕੀਤੇ ਆ ਉਹਦੀ ਵੀ ਮੁੜ ਜਾਂਚ ਹੋਣੀ ਚਾਹੀਦੀ ਆ। ਇਹਦਾ ਮਤਲਬ ਉਹੀ ਕਰੰਸੀ ਲੱਗੇ। ਅਬ ਦੇਖੋ ਨਾ ਉਹਨਾਂ ਨੇ ਮਹਿਕਮੇ ਦਾ ਚੀਫ ਇਦਾਂ ਦਾ ਅਧਿਕਾਰੀ ਹੋਊ ਜਿਹੜਾ ਆਪਣਾ ਮਾਲ ਵੇਟ ਵਚ ਕੇ ਭੱਜ ਗਿਆ ਮੁਲਕ ਦੇ ਵਿੱਚੋਂ ਹੀ। ਉਹਨਾਂ ਨੇ ਕਿਹਾ ਵੀ ਤੁਹਾਡੀ ਗੱਲ ਠੀਕ ਹੈ ਵੀ ਉਹਨੂੰ ਨਿਚੋੜਿਆ ਪਹਿਲੇ ਪਿਓ ਉਹਦੇ ਨਾਲ ਫਿਰ ਹੋਰ ਨਾਂ ਨੰਗੇ ਹੋਣੇ ਸੀ। ਉਹਨੂੰ ਕਿਹਾ ਵੀ ਭੱਜ ਜਾਣ ਵੇਚ ਵੁੱਟ ਕੇ ਇੱਥੋਂ, ਉਹਨੂੰ ਭਜਾਤਾ ਵੱਟ ਕੇ ਭੱਜ ਗਿਆ। ਫਿਰ ਉਹਨਾਂ ਨੇ ਇੱਥੋਂ ਤੱਕ ਰੋਪ ਲਾਏ ਆ ਵੀ ਇੱਕ ਸਾਬਕਾ DGP ਜਿਹੜੇ ਹੁਣ ਵੀ ਇੱਕ ਚੰਗੀ ਪੋਸਟ ਦੇ ਉੱਤੇ ਲੱਗੇ ਹੋਏ ਆ ਤੇ ਇੱਕ ਮੌਜੂਦਾ ਭਾਰਤ ਸਰਕਾਰ ਦੇ ਉਹਦੇ ਤੇ DGP ਲੱਗੇ, ਉਹਨਾਂ ਦਾ ਨਾਂ ਵੀ ਉਹਨਾਂ ਨੇ ਲੈਤਾ ਨਸ਼ਿਆਂ ਦੇ ਵਿੱਚ। ਹੁਣ ਪਤਾ ਨਹੀਂ ਕਿੰਨੀ ਸੱਚਾਈ ਹੈ, ਕਿਹੜੇ ਬੇਸ ਤੇ ਕਹਿ ਰਹੇ ਹੁੰਦੇ। ਮੈਂ ਪੂਰੇ ਕੌਨਫੀਡੈਂਸ ਨਾਲ ਇਹਨਾਂ ਦੋਵਾਂ ਦੇ ਨਾਂ ਲੈ ਰਿਹਾ। ਕੁਛ ਉਹਨਾਂ ਨੇ ਲੀਡਰਾਂ ਦੇ ਨਾਂ ਵੀ ਲਏ ਆ, ਸਲਾਹ ਕੈਪਟਨ ਸਾਹਿਬ ਦੇ ਸਲਾਹਕਾਰ ਹੀ ਦੋ ਉਹਨਾਂ ਦੇ ਨਾਂ ਵੀ ਲਏ ਆ। ਬੜੀ ਵੱਡੀ ਗੱਲ ਕੀਤੀ ਵੀ ਕਹਿੰਦੇ ਵੀ ਹਾਈ ਕੋਰਟ 'ਚ ਸੀਲ ਬੰਦ ਰਿਪੋਰਟਾਂ ਕੀ ਕਰਦੀਆਂ। ਹਰਪ੍ਰੀਤ ਸਿੱਧੂ ਜਦੋਂ ਜਿਹਨਾਂ ਨੂੰ STF ਦਾ ਚੀਫ ਬਣਾਇਆ ਉਹਨਾਂ ਨੇ ਬਹੁਤ ਸਾਰੀ ਘੋਖ ਕੀਤੀ ਜਾਂ ਬਹੁਤ ਸਾਰੇ ਲੀਡਰਾਂ ਨੂੰ ਵੀ ਉਹਨਾਂ ਤੇ ਆਪੱਤੀ ਸੀਗੀ ਵੀ ਇਹ ਨਹੀਂ ਬਣਨਾ ਚਾਹੀਦਾ, ਬਟ ਉਹਨਾਂ ਨੇ ਕੰਮ ਕੀਤਾ ਆਪਣਾ। ਤੇ ਕੈਪਟਨ ਸਾਹਿਬ ਨੇ ਭਾਵੇਂ ਮੈਂ ਬਣਾਇਆ ਸੀ ਵੀ ਤੁਸੀਂ ਸਿੱਧੀ ਮੈਨੂੰ ਰਿਪੋਰਟ ਕਰਨਾ ਹੈ, ਪਰ ਜਦੋਂ ਉਹਨਾਂ ਨੂੰ ਲੱਗਿਆ ਕਿ ਮੇਰੇ ਕੰਮ 'ਚ ਹਸਤਾਖੇਪ ਹੋਣ ਲੱਗਿਆ ਉਹ ਕਿਸੇ ਦੀ ਗੱਲ ਨਹੀਂ ਸੁਣਦੇ ਵੀ ਉਹਨਾਂ ਨੂੰ ਬੁਲਾ ਕੇ ਪੁੱਛ ਲਓ ਵੀ ਤੁਸੀਂ ਜੇ ਵਾਕਈ ਰਿਪੋਰਟਾਂ 2013 ਤੋਂ ਲੈ ਕੇ ਸਾਲੋ ਸਾਲ ਦੇਖੋ ਕਿੰਨੀ ਮਿਹਨਤ ਲੱਗਦੀ ਜੀ, ਕਿੰਨਾ ਪੈਸਾ ਖਰਚ ਹੁੰਦਾ ਰਿਪੋਰਟਾਂ ਬਣਾਉਣ ਤੇ ਜੋ ਰਿਪੋਰਟਾਂ ਹਾਈ ਕੋਰਟ 'ਚ ਪਈਆਂ ਰਹਿਣੀਆਂ ਬੰਦ ਲਿਫਾਫੇ 'ਚ ਪਈਆਂ ਰਹਿਣੀਆਂ ਤੇ ਉਹਦਾ ਫਾਇਦਾ ਕੀ। ਉਹਨਾਂ ਨੇ ਇੱਕ ਗੱਲ ਹੋਰ ਕੀਤੀ ਹੈ ਵੀ 16 ਫਰਵਰੀ ਨੂੰ ਡੇਟ ਹੈ ਹਾਈ ਕੋਰਟ 'ਚ ਤੇ ਕਹਿੰਦੇ ਜੇ ਐਕੀ ਨਾ ਖੁੱਲੀ ਤੇ ਖੁਲਾਸੇ ਅਸੀਂ ਕਰ ਦਿਆਂਗੇ ਕਿਉਂਕਿ ਸਾਨੂੰ ਪਤਾ ਪਹਿਲਾਂ ਜੀ ਖੁਲਾਸੇ ਤੇ ਲਗਭਗ ਉਹਨਾਂ ਕਰਤੇ ਆ। ਉਹਨਾਂ ਤੇ ਇੱਥੋਂ ਤੱਕ ਕਿ ਇੱਕ ਜਸਟਿਸ ਦਾ ਨਾਂ ਵੀ ਲਾਤਾ ਵੀ ਆਂਦੇ ਉਹਨੇ ਆਪਣੇ ਫਾਇਦੇ ਵਾਸਤੇ ਰਿਪੋਰਟਾਂ ਖੋਲੀਆਂ ਨਹੀਂ। ਉਸੇ ਜਸਟਿਸ ਨੇ SIT ਬਣਾਈ, ਜੇ ਉਸੇ ਜਸਟਿਸ ਨੇ ਰਿਪੋਰਟਾਂ ਵੇਖ ਕੇ ਜਦੋਂ ਵੱਡੇ ਨਾਂ ਵੇਖੇ ਉਹਨੇ ਖੋਲੀਆਂ ਨਹੀਂ। ਉਹ ਪਹਿਲਾਂ ਉਹਦੇ ਚੀਫ ਜਸਟਿਸ ਬਣ ਗਿਆ ਹਿਮਾਚਲ ਹਾਈ ਕੋਰਟ ਦਾ, ਫਿਰ ਉਹ ਸੁਪਰੀਮ ਕੋਰਟ ਚਲ ਗਏ। ਹੁਣ ਉਹਨਾਂ ਨੇ ਇੱਥੋਂ ਤੱਕ ਰੋਪ ਲਾਏ ਜਾਂਦੇ ਵੀ ਇੰਸਪੈਕਟਰ ਫੜਿਆ ਗਿਆ
ਜਦੋਂ ਹਰਪ੍ਰੀਤ ਸਿੱਧੂ ਦੀ ਰਿਪੋਰਟ ਇੰਦਰਜੀਤ ਇੰਸਪੈਕਟਰ ਜੀ ਆਂਦੇ ਵੀ ਜੇ ਉਹਨੇ ਜਦੋਂ ਰਾਜ ਖੋਲ੍ਹਣ ਲੱਗਾ ਉਹਨੂੰ ਡਰਾਤਾ ਗਿਆ ਵੀ ਵਜ੍ਹਾ ਤੇ ਤੇਰਾ ਕੰਮ ਹੋ ਜਾਣਾ ਹੀ। ਉਹਨੇ ਇੱਕੋ ਨਾਂ ਆਈ SSP ਰਾਜਜੀਤ ਸਿੰਘ ਦਾ ਨਾਂ ਆ ਗਿਆ ਤੇ ਰਾਜਜੀਤ ਸਿੰਘ ਹੀ ਜਿਹੜੇ ਇੱਥੋਂ ਦੇ DGP ਉਹਨਾਂ ਨੇ ਸਾਬਕਾ DGP ਅਰੋੜਾ ਸਾਹਿਬ ਦੇ ਆਰੋਪ ਲਾਏ ਆ ਵੀ ਇਹਨਾਂ ਦੇ ਕਰੀਬੀ ਸੀ ਤੇ ਇੱਕ ਹੋਰ ਜਿਹੜੇ ਮੌਜੂਦਾ DGP ਵੱਡੀ ਪੋਸਟ 'ਤੇ ਕੰਮ ਕਰ ਰਹੇ ਆ ਇਸ ਟਾਈਮ ਭਾਰਤ ਸਰਕਾਰ ਦੇ ਵਿੱਚ, ਉਹਨਾਂ ਤੇ ਵੀ ਉਹਨਾਂ ਨੇ ਉਹਨੂੰ ਬਚਾਉਣ ਵਾਸਤੇ ਉਹਨੂੰ ਸਲਾਹ ਦੇ ਦਿੱਤੀ ਕੈਪਟਨ ਦੀ ਪਹੁੰਚ ਮਰੋੜ ਕੇ ਵੀ ਤੂੰ ਕੋਰਟ ਚਲ ਜਾ। ਉਹ ਕੋਰਟ ਚਲ ਗਏ। ਉਸੇ ਜੱਜ ਸਾਹਿਬ ਨੇ ਸੂਰੇਕਾਂਤ ਜੀ ਨੇ ਨਵੀਂ SIT ਬਣਾਤੀ ਚੱਟੋਪਧਾਏ ਜੀ ਦੀ ਅਧਿਕਸ਼ਤਾ ਦੇ ਵਿੱਚ ਤੇ ਉਹਦੇ ਵਿੱਚ 2 ਮੈਂਬਰ ਪਾਤੇ ਪ੍ਰਮੋਦ ਬਾਨ ਜੀ ਤੇ ਕੁੰਵਰ ਵਿਜੇ ਪ੍ਰਤਾਪ ਜੀ। ਜਦੋਂ ਚੱਟੋਪਧਾਏ ਨੂੰ ਰਿਪੋਰਟ ਤੇ ਬਾਂਹ ਮਰੋੜੀ ਜਾਣ ਵੀ ਰਿਪੋਰਟ ਛੇਤੀ ਦੇ ਜਦੋਂ ਉਹਨਾਂ ਨੇ ਰਿਪੋਰਟ ਬਣਾਈ ਉਹ 'ਚ ਜਿਹੜੇ ਉਹਨਾਂ ਦੇ ਆਰੋਪ ਲਾਏ ਆ ਬਲਵਿੰਦਰ ਸੇਖੋ ਜੀ ਨੇ ਵੱਡੇ DGP ਲੈਵਲ ਦੇ ਅਧਿਕਾਰੀਆਂ ਦੇ, ਉਹਨਾਂ ਦੇ ਨਾਂ ਵੇਖੇ ਤੇ ਆਂਦੇ ਕੁੰਵਰ ਵਿਜੇ ਪ੍ਰਤਾਪ ਤੇ ਪ੍ਰਮੋਦ ਬਾਨ ਨੇ ਤਾਂ ਸਾਈਨ ਹੀ ਨਹੀਂ ਕੀਤੇ ਤੇ ਚੱਟੋਪਧਾਏ ਨੇ ਆਪਣੇ ਸੈਨਾ ਨਾਲ ਹੀ ਰਿਪੋਰਟ ਸਬਮਿਟ ਕਰਤੀ। ਉਹ ਆਂਦੇ ਵੀ ਜੇ ਹੁਣ ਰਿਪੋਰਟ ਇਹ ਨਹੀਂ ਖੁੱਲੂਗੀ ਤੇ ਅਸੀਂ ਦੱਸਾਂਗੇ। ਆਂਦੇ ਰਿਪੋਰਟਾਂ ਖੁੱਲਦੀਆਂ ਕਿਉਂ ਨਹੀਂ ਕੋਰਟ? ਆ ਦੇਖੋ ਬੜੀ ਵੱਡੀ ਗੱਲ ਆ ਨਾ। ਦੇਖੋ ਨਾਲੇ ਇੱਕ ਗੱਲ ਹੋਰ ਕੀ ਸੀ, ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ, ਇਹਨਾਂ ਦਾ ਤਾਂ ਨਸ਼ੇ ਵਿਕਾਣ 'ਚ ਨਸ਼ੇ ਵੇਚਣ 'ਚ ਕੋਈ ਰੋਲ ਨਹੀਂ ਰਿਹਾ। ਇਹਨਾਂ ਦਾ ਕੋਈ ਇਹ ਕਿਸੇ ਨੂੰ ਸੁਰੱਖਿਆ ਨਹੀਂ ਦਿੰਦੇ ਰਹੇ। ਆਪ ਕਹਿੰਦੇ ਵੀ ਅਸੀਂ ਕਿਸੇ ਗੈਂਗਸਟਰ ਨੂੰ ਪਾਲਿਆ ਨਹੀਂ ਹੈ, ਫਿਰ ਤੁਸੀਂ ਉਹਨਾਂ ਦੇ ਭਾਈਵਾਲ ਕਿਉਂ ਬਣ ਰਹੇ ਹੋ? ਆਖਿਰਕਾਰ ਤੁਸੀਂ ਉਹਨਾਂ ਨੂੰ ਕਿਉਂ ਬਚਾਉਣ ਲੱਗੇ ਹੋ? ਵੀ ਕਿਤੇ ਤੁਸੀਂ ਇਹ ਵੀ ਤਾਂ ਨਹੀਂ ਵੀ ਜਿਨ੍ਹਾਂ ਦੇ ਨਾਂ ਹੈ ਉਹਨਾਂ ਨੂੰ ਨਿਚੋੜ ਰਹੇ ਹੋ, ਜਿਵੇਂ ਉਹਨੇ ਕਿਹਾ ਵੀ ਕੱਲ ਵੀ ਇਹਨਾਂ ਨੂੰ ਨਿਚੋੜ ਲਿਆ ਗਿਆ। ਮਤਲਬ ਅਸੀਂ ਨਹੀਂ ਇਹ ਆਰੋਪ ਲਗਾ ਰਹੇ, ਆਰੋਪ ਬਲਵਿੰਦਰ ਸੇਖੋਂ ਵੱਲੋਂ ਲਗਾਏ ਗਏ, ਬੜੇ ਗੰਭੀਰ ਆਰੋਪ ਪੂਰੇ ਪ੍ਰੈਸ ਕਾਨਫਰੰਸ ਲਗਾਏ ਗਏ ਨੇ। ਉਹਨਾਂ ਕਿਹਾ ਵੀ ਹਰਪ੍ਰੀਤ ਸਿੱਧੂ ਨੇ ਜਿਹੜੀ ਆਪਣੀ ਰਿਪੋਰਟ ਬਣਾਈ ਸੀ ED ਦੇ ਨਿਰੰਜਨ ਸਿੰਘ ਨੇ ਵੀ ਉਹ ਰਿਪੋਰਟ ਦਿੱਤੀ ਸੀ ਤੇ ਨਿਰੰਜਨ ਸਿੰਘ ਦੀ ਰਿਪੋਰਟ ਨੂੰ ਇੰਡੋਰਸ ਕੀਤਾ ਹਰਪ੍ਰੀਤ ਸਿੱਧੂ ਨੇ ਤੇ ਉਹਦੇ ਤੇ ਇਹਨਾਂ ਨੇ ਹਾਈ ਕੋਰਟ ਪਹੁੰਚ ਗਏ ਰਾਜਜੀਤ ਸਿੰਘ ਜੀ ਤੇ ਜਾ ਕੇ ਨਵੀਂ ਸਿੱਟ ਬਣਾ ਲਈ ਤੇ ਜਦੋਂ ਨਵੀਂ ਸਿੱਟ ਦੀ ਰਿਪੋਰਟ ਵੀ ਨਹੀਂ ਖੁੱਲਣ ਦੀ ਤੇ ਕਿਉਂ ਨਹੀਂ ਖੁੱਲਣ ਦੀ? ਨਹੀਂ ਦੇਖੋ ਇਹ ਤਾਂ ਸਿਰਫ ਫਿਰ ਪੰਜਾਬ ਤੇ ਦੇਖੋ ਰਕੇਸ਼ ਜੀ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਨਸ਼ੇ ਦਾ ਮੁੱਦਾ ਰਿਹਾ। ਕਈ ਸਰਕਾਰਾਂ ਆਈਆਂ ਕਈ ਚਲੀਆਂ ਗਈਆਂ, ਆਰੋਪ ਲਗਾਉਂਦੇ ਪਾਕਿਸਤਾਨ ਨੂੰ ਆਂਦੀ, ਕੋਈ ਕਹਿੰਦੇ ਇੱਥੋਂ ਲੋਕ ਮੰਗਾਉਂਦੇ ਨੇ। ਆਖਰਕਾਰ ਰੋਜ਼ ਨੌਜਵਾਨ ਮਰ ਰਿਹਾ, ਪੰਜਾਬ ਖਾਲੀ ਹੋ ਗਿਆ, ਪੰਜਾਬ ਬੱਚੇ ਇੱਥੇ ਰਹਿਣਾ ਨਹੀਂ ਚਾਹੁੰਦੇ। ਵੀ ਆਖਰਕਾਰ ਇਹ ਕਿਹਨਾਂ ਨੂੰ ਬਚਾ ਰਹੇ ਨੇ? ਉਹ ਕੌਣ ਲੋਕ ਨੇ? ਦੇਖੋ ਅੰਗਰੇਜ਼ਾਂ ਨੇ ਆਉਣ ਵਾਲੀਆਂ ਨਸਲਾਂ ਬਰਬਾਦ ਨਹੀਂ ਕੀਤੀਆਂ ਸੀ, ਅੰਗਰੇਜ਼ਾਂ ਨੇ ਲੁੱਟਿਆ ਹੋਊਗਾ ਜ਼ਰੂਰ, ਕਾਨੂੰਨ ਲਾਗੂ ਕੀਤੇ ਹੋਣਗੇ, ਪਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਦੋਂ ਯੂਨੀਵਰਸਿਟੀ 'ਚ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਕੀ ਦੇ ਕੇ ਜਾ ਰਹੇ ਹਾਂ? ਨਸ਼ਾ। ਇਹ ਲੀਡਰ ਨੇ ਸਾਡੇ। ਵਾਕਈ ਜੇ ਕਿਸੇ ਲੀਡਰ, ਅਸੀਂ ਕਿਸੇ ਨੂੰ ਨਹੀਂ ਕਹਿੰਦੇ, ਕਿਸੇ ਪੁਲਿਸ ਅਧਿਕਾਰੀ ਨੂੰ ਨਹੀਂ ਅਸੀਂ ਕਹਿੰਦੇ ਵੀ ਫਲਾਣਾ ਚੋਰ ਹੈ ਜਾਂ ਫਲਾਣਾ ਕਰਪਟ ਹੈ। ਬਈ ਜੋ ਹੋ ਰਿਹਾ, ਜੋ ਇਹ ਲੋਕ ਵੱਡੇ ਅਧਿਕਾਰੀ ਜਿਹੜੇ ਕਿ ਆਪਸ ਸਿਸਟਮ ਦਾ ਹਿੱਸਾ ਰਹੇ ਨੇ, ਉਹ ਜਦੋਂ ਆਰੋਪ ਲਗਾਉਂਦੇ ਨੇ ਫਿਰ ਕੁਐਸਚਨ ਤਾਂ ਉੱਠਦਾ ਹੀ ਹੈ ਨਾ ਵੀ ਤੁਸੀਂ ਕਿਉਂ ਇਹਨਾਂ ਨੂੰ ਚੁੱਪ ਮਤਲਬ ਸਾਹਮਣੇ ਕਿਉਂ ਨਾ ਨਸ਼ਰ ਕਿਉਂ ਨਹੀਂ ਕਰ ਰਹੇ? ਆਖਿਰਕਾਰ ਤੁਹਾਨੂੰ ਕਿਸ ਗੱਲ ਦਾ ਡਰ ਹੈ? ਹੁਣ ਕੱਟੜ ਇਮਾਨਦਾਰ ਸਰਕਾਰ, ਦੇਖੋ ਗਵਰਨਰ ਸਾਹਿਬ ਨਾਲ ਤਾਂ ਤੁਸੀਂ ਟਕਰਾਵ ਲੈ ਲਿਆ ਵੀ ਕਿਸੇ ਵੀ ਕਿਉਂ ਤੁਸੀਂ ਉਹਨਾਂ ਦੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ, ਤੇ ਹੁਣ ਜਿਹੜੀਆਂ ਰਿਪੋਰਟਾਂ ਨੇ, ਜਿਹੜੇ ਲੋਕ ਜਿਨ੍ਹਾਂ ਕਰਕੇ ਤੁਹਾਨੂੰ ਚੁਣਿਆ ਗਿਆ, ਆਪਣੇ ਕੇਜਰੀਵਾਲ ਸਾਹਿਬ ਕਹਿੰਦੇ ਸੀ ਚੰਦ ਹਫ਼ਤੋਂ ਮੇਂ ਨਸ਼ਾ ਖਤਮ ਹੋ ਜਾਏਗਾ ਤੇ ਮਾਨ ਸਾਹਿਬ ਆਦੇ ਕਹਿ ਤੇ ਰਹੇ ਨੇ ਵੀ ਅਸੀਂ ਬਹੁਤ ਵੱਡੀ ਜਿਹੜੀ ਹੈ ਇੱਕ ਰੂਪਰੇਖਾ ਤਿਆਰ ਕਰ ਲਈ ਗਈ ਹੈ। ਪਰ ਸਵਾਲ ਉਹੀ ਹੈ ਵੀ ਉਹ ਜਿਹੜੀਆਂ ਰਿਪੋਰਟਾਂ ਹਾਈ ਕੋਰਟ 'ਚ ਪਈਆਂ ਉਹ ਕਿਉਂ ਨਹੀਂ ਖੁੱਲ ਰਹੀਆਂ? ਇਹ ਸਵਾਲ ਮੈਂ ਗਵਰਨਰ ਸਾਹਿਬ ਨੂੰ ਵੀ ਪੁੱਛਿਆ ਸੀਗਾ ਉਦੋਂ। ਸੇਖੋ ਸਾਹਿਬ ਨੇ ਇੱਥੋਂ ਤੱਕ ਕਿਹਾ ਵੀ ਹਰਪ੍ਰੀਤ ਸਿੱਧੂ ਦੀ ਰਿਪੋਰਟ ਦਾ ਫਾਇਦਾ ਲੈਣ ਲਈ ਪਹਿਲਾਂ ਕੈਪਟਨ ਸਰਕਾਰ ਨੇ ਤਾਂ ਕੋਈ ਐਕਸ਼ਨ ਨਹੀਂ ਲਿਆ ਜੀ। ਜਦੋਂ ਚੰਨੀ ਸਾਹਿਬ ਆਏ ਉਹਨਾਂ ਸੋਤਾ ਸਾਹਿਬ DGP ਨੂੰ ਕਿਹਾ ਵੀ ਐਕਸ਼ਨ ਲਓ ਇੱਥੇ। ਉਹ 'ਚੋਂ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਹੁਣ ਖੋਲ੍ਹਣੀ ਕਰਨੀ ਸੀ FIR ਤੇ ਸੋਤਾ ਸਾਹਿਬ ਵੀ ਕਮਜ਼ੋਰ ਸੀ, ਅਸਥਾਨਾ ਸਾਹਿਬ ਨੂੰ ਲਾਤਾ, ਉਹ ਛੁੱਟੀ ਲੈ ਕੇ ਭੱਜ ਗਏ। ਫਿਰ ਚੱਟੋਪਧਾਏ ਨੂੰ ਲਾਇਆ, ਉਹਨਾਂ ਦੇ ਦੇਸ਼ ਦੇ ਉੱਤੇ FIR ਦਰਜ ਹੋਈ ਜੇ ਮਜੀਠੀਆ ਸਾਹਿਬ ਅੰਦਰ ਗਏ। ਵਿਕਰਮ ਜੀ ਤੇ ਕਹਿੰਦਾ ਵੀ ਮੇਰੇ ਵਿਕਰਮ ਹੁਣੀ ਬਾਰ-ਬਾਰ ਕਹਿੰਦੇ ਵੀ ਮੈਨੂੰ ਇਹਨਾਂ ਤੇ ਰਾਜਨੀਤੀ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਚੰਨੀ ਨੇ ਪਰ ਮਿਲਿਆ ਨਹੀਂ। ਉਹ ਆਂਦੇ ਵੀ ਵਿਕਰਮ ਮਜੀਠੀਆ ਦੇ ਉਹਨਾਂ ਦੇ ਸੇਖੋਂ ਸਾਹਿਬ ਦੇ ਅਨੁਸਾਰ ਵੀ ਬਹੁਤ ਥੱਲੇ ਆ, ਇਹਦੇ ਉੱਤੇ ਤੇ ਬਹੁਤ ਬੰਦੇ ਹੈਗੇ ਆ, ਬੜੇ ਅਕਾਲੀ ਕਾਂਗਰਸੀ ਪੁਲਿਸ ਅਫਸਰ, ਬੜੇ ਵੱਡੇ ਲੋਕ ਆ ਜਿਨ੍ਹਾਂ ਦਾ ਨੈਕਸਸ ਹੈਗਾ ਇਹ ਵਾਲਾ। ਤਾਂ ਜੇ ਨੰਗਾ ਹੋ ਜੂਗਾ ਤੇ ਆਂਦੇ ਉਹਨਾਂ ਨੇ ਇਹ ਵੀ ਕਿਹਾ ਵੀ ਮੇਰੀ ਜਾਨ ਨੂੰ ਖਤਰਾ ਮਰਵਾ ਦਿਓ, ਮੈਂ ਉਹਨਾਂ ਦੇ ਬੋਝ ਲੈ ਕੇ ਨਹੀਂ ਮਰਨਾ, ਮੈਂ 2 ਨਾਂ ਵੱਡੇ ਦੱਸਦੇ ਜੇ, ਹੁਣ ਸਰਕਾਰ ਦਾ ਕੰਮ ਐਕਸ਼ਨ ਲੈਣਾ। ਉਹ ਕਹਿੰਦੇ 16 ਤਰੀਕ ਨੂੰ ਨਾ ਪੂਰੇ ਮੈਂ ਹਾਈ ਕੋਰਟ ਦੀ ਤਰੀਕ ਤੇ ਮੇਰੀ ਨਜ਼ਰ ਹੈ, ਸਾਡੀ ਵੀ ਨਜ਼ਰ ਰਹੇਗੀ ਵੀ ਉਸ 16 ਤਰੀਕ ਤੇ ਵੀ ਕੀ ਹੁੰਦਾ ਹੈ। ਉਹ ਕਹਿੰਦੇ ਮੈਂ ਫੇਰ ਜਿਹੜਾ ਨਾ ਉਹ ਖੁਲਾਸਾ ਪ੍ਰੈਸ ਦੇ ਸਾਹਮਣੇ ਕਰਾਂਗਾ। ਤਿਰਕੇ ਜੀ ਕੋਲਾ ਸਿੱਧੇ ਆਉਣਾ ਚਾਹੀਦਾ ਵੈਸੇ ਤੇ ਉੜੀਸਾ ਤੋਂ ਪੰਜਾਬ। ਹੁਣ ਸਰਕਾਰ ਕਹਿੰਦੀ ਹੈ ਵੀ ਕੋਲਾ ਪਹਿਲੇ ਜਾਏ ਪ੍ਰਦੀਪਪੁਰੀ, ਉੱਥੋਂ ਜਾਏ ਸ਼੍ਰੀਲੰਕਾ ਤੋਂ ਹੁੰਦੇ ਹੋਏ ਮੁਦਰਾ ਪੋਰਟ ਤੇ ਫਿਰ ਤੁਸੀਂ ਗੱਡੀ ਭਰੋ ਤੇ ਪੰਜਾਬ ਲੈ ਕੇ ਆਓ।
ਇਹ ਮੈਨੂੰ ਨਹੀਂ ਸਮਝ ਲੱਗੀ ਗੱਲ ਦੇਖੋ ਜੀ, ਪੰਜਾਬ ਦੇ ਨਾਲ ਬੜਾ ਸੁਤੇਲਾ ਵਿਹਾਰ ਕਰ ਰਹੀ ਕੇਂਦਰ ਸਰਕਾਰ ਜੀ। ਜਿੱਦਾਂ ਗਵਰਨਰ ਦੀ ਤੇ ਸੀਐਮ ਦੀ ਲੜਾਈ। ਹੁਣ ਇਹ ਰੋਪ ਲਾਤੇ ਆ ਭਗਵੰਤ ਮਾਨ ਜੀ ਨੇ, ਉਹ ਆਂਦੇ ਵੀ ਜੇ ਅਨਾਜ ਦੀ ਢਲਾਈ ਵਾਸਤੇ ਪੰਜਾਬ ਤੋਂ ਦੂਜੇ ਸੂਬਿਆਂ ਵਾਸਤੇ ਜੀ। ਵਿਸ਼ੇਸ਼ ਟ੍ਰੇਨਾਂ ਚਲਾਈਆਂ ਜਾ ਸਕਦੀਆਂ, ਸਪੈਸ਼ਲ ਟ੍ਰੇਨਾਂ ਜਾ ਸਕਦੀਆਂ, ਜੀ। ਤੇ ਕੋਲੇ ਦੀ ਢਲਾਈ ਵਾਸਤੇ ਕਿਉਂ ਨਹੀਂ ਆ ਸਕਦੀਆਂ? ਪੰਜਾਬ ਵਾਸਤੇ ਟ੍ਰੇਨਾਂ ਕਿਉਂ ਨਹੀਂ ਚਲਾਈ ਜਾ ਸਕਦੀਆਂ? ਬਿਲਕੁਲ ਠੀਕ ਹੈ। ਉਹ ਆਂਦੇ ਵੀ ਜਦੋਂ ਅਸੀਂ ਹੁਣ ਕੋਲਾ ਲੈਣ ਜਾਂਦੇ ਆ ਤੇ ਸਾਨੂੰ ਕਹਿੰਦੇ ਆ ਵੀ ਪਹਿਲਾਂ ਉੜੀਸਾ ਤੋਂ ਹੋਈ ਪ੍ਰਦੀਪਪੁਰੀ ਬੰਦਰਗਾਹ ਜਾਓ, ਫਿਰ ਸ਼੍ਰੀਲੰਕਾ ਤੋਂ ਹੁੰਦੇ ਅਡਾਨੀ ਦੀ ਆ ਜਾਓ, ਗੁਜਰਾਤ ਦੇ ਵਿੱਚ ਮੁੰਦਰਾ 에ਅਰਪੋਰਟ ਦੇ ਉੱਤੇ ਆ ਜਾਓ, ਫਿਰ ਗੱਡੀ 'ਚ ਲਿਆਓ। ਉਹ ਆਂਦੇ ਵੀ ਇਹਦੇ ਨਾਲ ਜਿਹੜਾ ਇੱਕ ਤੇ ਖਰਚਾ ਪੰਜਾਬ ਤੇ 200 ਕਰੋੜ ਰੁਪਏ ਦਾ ਬੋਝ ਪੈਂਦਾ ਜੀ ਐਕਸਟਰਾ। ਦੂਜਾ ਹੈਗਾ ਵੀ ਅੱਗੇ ਜੇ ਰੇਲ ਗੱਡੀ ਤੋਂ ਇਹਦੇ 5 ਦਿਨਾਂ 'ਚ ਕੋਲਾ ਪਹੁੰਚਦਾ, ਇਹ 'ਚ 45 ਦਿਨਾਂ 'ਚ ਪਹੁੰਚਣਾ। ਅਭੀ ਇਹ ਦੇਖੋ ਦੇਖੋ 1500 ਕਿਲੋਮੀਟਰ ਸਫ਼ਰ ਹੁੰਦਾ ਟ੍ਰੇਨ ਦਾ ਹੀ, ਤੇ 4350 ਕਿਲੋਮੀਟਰ ਸਫ਼ਰ ਇਹ 'ਚ ਸ਼ਿਪ ਰਾਹੀਂ ਆ। ਵੇਖੋ ਕੋਲਾ ਵੀ ਲੇਟ ਪਹੁੰਚੂ ਤੇ ਪਹੁੰਚੂ ਵੀ ਮਹਿੰਗਾ। ਉਹ ਆਂਦੇ ਵੀ ਜਿਹੜਾ ਥਰਮਲ ਪਲਾਂਟ ਹੈਗਾ ਆ ਪੰਜਾਬ ਦੇ 1900 ਮੈਗਾ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਹੈਗਾ, ਉਹਦੇ ਵਾਸਤੇ ਮਹਾਨਦੀ ਕੋਲ ਫੀਲਡ ਲਿਮਟਿਡ ਤਲਚਰ ਤੋਂ ਰੇਲ ਸ਼ਿਪ ਰੇਡ ਰੂਟ ਦੇ ਜਿਹੜੇ ਨੇ ਕੋਲਾ ਲਿਆਓ। ਤੇ ਕੇਂਦਰ ਦੇ ਬਿਜਲੀ ਮੰਤਰਾਲੇ ਨੇ ਕਹਿ ਦਿੱਤਾ ਵੀ ਜੇ ਪੰਜਾਬ ਸਰਕਾਰ ਇਹ ਸਾਡੀ ਸ਼ਰਤ ਨਹੀਂ ਮੰਨਦੀ ਆਰ ਵਾਲੀ, ਤੇ ਕੋਲੇ ਦਾ ਕੱਟ ਲਾਤਾ ਜਾਊ, ਕੋਟਾ ਘਟਾਤਾ ਜਾਊ। ਵਿਕਰਮ ਡਰਾ ਕੇ ਤੇ ਪੰਜਾਬ ਦੇ ਉੱਤੇ ਕਰਜ਼ਾ ਅੱਗੇ ਪੰਜਾਬ ਕਰਜ਼ਾਈ ਯਾਰ, ਤੇ ਪੰਜਾਬ ਨੂੰ ਤੰਗ ਕਰੀ ਜਾਂਦੇ ਜੇ। ਜਿਹੜੀ ਚੀਜ਼ ਸਿੱਧੀ ਟ੍ਰੇਨ ਤੇ ਆ ਸਕਦੀ ਆ, ਉਹ ਸ਼ਿਪ ਪਤਾ ਨਹੀਂ ਕਿਉਂ ਨਹੀਂ। ਬਾਕੀ ਗੱਲ ਤੇ ਉਹ ਉਦਾਂ ਹੀ ਹੋ ਗਿਆ ਨਾ, ਜਿਵੇਂ ਅੰਮ੍ਰਿਤਸਰ ਲਾਹੌਰ ਬਾਰਡਰ ਨਹੀਂ ਖੋਲਣਾ, ਹਾਂ ਤੇ ਉਹ ਕਰਾਚੀ ਰਾਹੀਂ ਉਹ ਮਾਲ ਮੰਗਵਾਉਣਾ ਤੇ ਫਿਰ ਉੱਥੋਂ ਅੰਮ੍ਰਿਤਸਰ ਆਵੇ ਵੀ ਇਹ ਤੇ ਚਲੋ ਹੋ ਗਿਆ ਵੀ ਦੂਜਾ ਮੁਲਕ ਆ, ਤੇ ਇਹ ਆਪਣੇ ਮੁਲਕ ਚੋਂ ਹੀ ਉੜੀਸਾ ਚੋਂ ਇੱਥੇ ਸਿੱਧਾ ਨਹੀਂ ਆਉਣਾ। ਵੀ ਕਹਿੰਦੇ ਸਾਡੇ ਕੋਲ ਜੋ ਵੀ ਕਾਰਨ ਰਹੇ ਹੋਣ, ਵੀ ਇਹਦੇ ਨਾਲ ਕਿਤੇ ਨਾ ਕਿਤੇ ਉਹਨੂੰ ਗਵਰਨਰ ਸਾਹਿਬ ਨੂੰ ਇਹ ਵੀ ਚਾਹੀਦਾ ਵੀ ਸੈਂਟਰ ਨੂੰ ਕਰੋ ਵੀ ਤੁਹਾਨੂੰ ਇਹ ਵੀ ਯਾਦ ਹੋਣਾ ਵੀ ਜਦੋਂ ਦੇਸ਼ ਭੁੱਖਾ ਮਰ ਰਿਹਾ ਸੀ ਤੇ ਪੰਜਾਬ ਦੇ ਕਿਸਾਨ ਨੇ ਹੀ ਉਦੋਂ ਅਨਾਜ ਪੈਦਾ ਕੀਤਾ, ਚੌਲ ਪੈਦਾ ਕੀਤੇ ਤੇ ਸਾਰਿਆਂ ਦਾ ਢਿੱਡ ਭਰਿਆ। ਵੇਖੋ ਜੀ, ਪੰਜਾਬ ਨੇ ਸਾਰੇ ਭਾਰਤ ਦਾ ਢਿੱਡ ਭਰਿਆ। ਜਿੰਨੀਆਂ ਲੜਾਈਆਂ ਆਜ਼ਾਦੀ ਦੀਆਂ ਹੋਈਆਂ, ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀ ਦਿੱਤੀ। ਪਰ ਹੁਣ ਪੰਜਾਬੀਆਂ ਦੀ ਕੁਰਬਾਨੀ ਨੂੰ ਮੇਰਾ ਖਿਆਲ ਵੀ ਦੇਸ਼ ਵਾਲੇ ਭੁੱਲ ਗਏ ਆ। ਤੇ ਪੰਜਾਬ ਨਾਲ ਇੰਨਾ ਮਾੜਾ ਵਤੀਰਾ ਕੀਤਾ ਜਾ ਰਿਹਾ ਸੈਂਟਰ ਵੱਲੋਂ ਵੀ ਚੰਗੀ ਗੱਲ ਨਹੀਂ ਹੈਗੀ। ਵੀ ਹਰ ਬੰਨੇ ਜੇ GST ਦੇ ਪੈਸੇ ਦੇਣੇ ਤਾਂ ਤੰਗ ਕੀਤਾ ਜਾਂਦੇ ਆ, ਜੇ ਕੋਈ ਸਕਾਲਰਸ਼ਿਪ ਦੇਣਾ ਤਾਂ ਤੰਗ ਕੀਤਾ ਜਾ ਰਿਹਾ, ਜੇ ਕੋਈ ਗ੍ਰਾਂਟਾਂ ਦੇਣੀਆਂ ਜੇ ਦਿੰਦੇ ਤੇ ਨਵੀਆਂ ਸ਼ਰਤਾਂ ਲਾ ਦਿੰਦੇ। ਚਲੋ ਥੋੜਾ ਬਹੁਤਾ ਲੋਕਾਂ ਨੂੰ ਲੱਗਦਾ ਹੀ ਨਾ, ਉਹ ਧਿਆਨ ਰੱਖਣ ਵੀ ਖਾਣ ਨਾ, ਜਿਹੜੇ ਖਾਂਦੇ ਨਾ ਕੋਈ ਈਡੀ ਹੈਗੀ CBI ਹੈਗੀ ਗੱਲ ਕੇ ਅੰਦਰ ਕਰ ਦੇਣ। ਕਿ ਜੀ ਇੱਕ ਅੰਮ੍ਰਿਤਸਰ 'ਚ ਬਿਊਟੀਫਿਕੇਸ਼ਨ ਦੇ ਨਾਂ ਤੇ ਪਾਮ ਟਰੀ ਲੱਗੇ ਨੇ, ਕਹਿੰਦੇ ਹੁਣ MLA ਸਾਹਿਬ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ IPS ਅਧਿਕਾਰੀ ਨੇ, ਤੇ ਉਹਨਾਂ ਨੇ ਕੋਈ ਚਿੱਠੀ ਲਿਖ ਕੇ ਤੇ ਕਿਹਾ ਵੀ ਦੀ ਵਿਜੀਲੈਂਸ ਇਨਕੁਆਇਰੀ ਹੋਵੇ। ਤੇ ਨਾਲ ਦੀ ਨਾਲ ਮੈਂ ਇੱਕ ਹੋਰ ਸੁਣ ਰਿਹਾ ਸੀ, ਆਪਣੇ ਸਾਡੇ ਮਨਦੀਪ ਮੰਨਾ ਨੇ, ਉਹ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਲੋਕਲ ਬੋਡੀ ਮਿਨਿਸਟਰ ਹੈ, ਜਦੋਂ ਉਹਨਾਂ ਨੇ ਅਜਨਾਲੇ ਆਪਣੀ ਇੱਕ ਕਲੋਨੀ ਪਾਸ ਕਰਾਈ ਤੇ ਉਹ ਕਹਿੰਦੇ ਵੀ 2 ਅਫਸਰਾਂ ਨੂੰ ਪੈਸੇ ਦਿੱਤੇ ਆ, ਤੇ ਹੁਣ ਵੀ ਮੰਤਰੀ ਸਾਹਿਬ ਉਹ ਦੱਸਣ ਵੀ ਕਿਹੜੇ ਅਫਸਰਾਂ ਨੂੰ ਪੈਸੇ ਦਿੱਤੇ ਤੁਸੀਂ, ਉਹਨਾਂ ਤੇ ਵੀ ਐਕਸ਼ਨ ਲਓ। ਤੇ ਇਹਦਾ ਮਤਲਬ ਵੀ ਪੈਸੇ ਉੱਦਾਂ ਹੀ ਚੱਲਦੇ ਆ। ਕੌਣ ਨਹੀਂ ਜਾਣਦਾ ਵੀ ਕਾਰਪੋਰੇਸ਼ਨ ਨੇ ਵੱਡੇ ਵੱਡੇ ਨਿਰਮਾਣ ਕਰਾਤੇ, ਇੰਪਰੂਵਮੈਂਟ ਟਰਸਟ ਨੇ ਉੱਚੀਆਂ ਉੱਚੀਆਂ ਬਿਲਡਿੰਗਾਂ ਬਣਾਤੀਆਂ, ਕੋਈ ਕਿਸੇ ਪਾਰਕਿੰਗ ਨਹੀਂ ਛੱਡੀ ਇਹਨਾਂ ਨੇ, ਸਾਰਾ ਇੰਕਰੋਚ ਕਰ ਲਿਆ, ਫੁੱਟਪਾਥ ਚੱਲਣ ਨੂੰ ਨਹੀਂ ਛੱਡੇ। ਵੀ ਇਹ ਵਾਕਈ ਬਦਲਾਵ ਆਇਆ ਕਿ ਬਦਲਾਵ ਗੱਲਾਂ ਨਾਲ ਆਇਆ? ਅਜੇ ਗੱਲਾਂ ਨਾਲ ਆਇਆ, ਰੇਟ ਵੱਧ ਗਏ ਆ ਜੋ ਸਾਰੇ ਕਹਿਣ ਡਿਆ। ਜੇ ਮੰਤਰੀ ਨੂੰ ਆਪ ਪੈਸੇ ਦੇਣੇ ਪਏ ਤੇ ਹੁਣ ਆਪ ਹੀ ਉਸੇ ਮਹਿਕਮੇ ਦਾ ਮੰਤਰੀ ਹੋਵੇ ਤੇ ਉਹਨਾਂ ਦੇ ਖਿਲਾਫ ਐਕਸ਼ਨ ਨਾ ਲਵੇ ਅਧਿਕਾਰੀਆਂ ਦੇ, ਤੇ ਕਿੰਨੀ ਮਾੜੀ ਗੱਲ ਆ। ਇਹ ਦੱਸੇ ਤਾਂ ਸਹੀ ਨਾ ਵੀ ਕਿਹੜੇ ਮੰਤਰੀਆਂ ਪਹਿਲੀ ਗੱਲ ਤੇ ਇਹਨਾਂ ਨੂੰ ਸਰਿਆਮ ਕਰਨਾ ਚਾਹੀਦਾ ਵੀ ਆਹ 2 ਬੰਦਿਆਂ ਨੇ ਮੇਰੇ ਕੋਲ ਪੈਸੇ ਲਏ ਸੀ, ਉਹ ਜੇ ਇਹਨਾਂ ਨੇ ਵੀ ਪੈਸੇ ਦਿੱਤੇ ਇਹਦਾ ਮਤਲਬ ਕੋਈ ਫਾਇਦਾ ਲੈਣ ਵਾਸਤੇ ਦਿੱਤੇ ਆ। ਨਹੀਂ ਵੈਸੇ ਆਪ ਤੇ ਇਹ ਨਾ ਕਹਿੰਦੇ ਵੀ ਨਹੀਂ ਇਹੋ ਜਿਹਾ ਓਨੈਸਟ ਆਦਮੀ ਆ, ਓਨੈਸਟ ਆਦਮੀ ਕਹਿੰਦੇ ਆ ਵੀ ਉਲਝਾ ਇਹਨਾਂ ਦਿੱਤਾ ਜਾਂਦਾ ਵੀ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਦਿੰਦੇ ਤੁਹਾਡੀ ਫਾਈਲ ਤੇ ਸਾਈਨ ਹੀ ਨਹੀਂ ਕਰਦੇ। ਅਗਲੇ ਨੇ ਕਹਿਣਾ ਯਾਰ ਮੈਂ ਹੁਣ ਕਲੋਨੀ ਕੱਟੀ, ਜੇ ਮੈਂ ਕੱਟ ਹੀ ਬੈਠਾ ਵਾਂ ਤੇ ਮੇਰਾ ਕਲੋਨੀਆਂ ਕਾਫੀ ਕੱਟੀਆਂ ਇਹਨਾਂ ਨੇ, ਕਲੋਨੀਆਂ ਕੱਟਦੇ ਆ। ਨਾਲੇ ਦੀ ਕਲੋਨੀ ਦੇ ਹੁਣ ਵੇਖੋ ਵੀ ਆਂਦੇ ਡਿਵਾਈਡਰਾਂ 'ਚ ਨਾ ਇਹਨਾਂ ਨੇ ਪਾਮ ਟਰੀ ਲਾਤੇ 175 5500 ਰੁਪਇਆ ਪਰ ਪਾਮ ਟਰੀ, ਤੇ ਉਹਨੂੰ ਲਾਉਣ ਦਾ ਖਰਚਾ ਵੱਖਰਾ ਤੇ ਰੱਖ ਰਖਾਅ ਵੀ ਚਾਹੀਦਾ ਸੀ, ਤੇ 18 ਲੱਖ ਰੁਪਇਆ ਖਰਚਦਾ। ਹੁਣ ਕੁੰਵਰ ਵਿਜੇ ਪ੍ਰਤਾਪ ਬਣਾ ਨੇ ਚਿੱਠੀ ਲਿਖਤੀ ਬਿਊਰੋ ਨੂੰ ਵੀ ਇਹ ਘਟਾਲਾ ਆ ਵੀ 1.5 ਸਾਲ 'ਚ ਦਰਖਤ ਸੋਗੇ ਆ, ਉਹ ਤੇ ਬਿਊਟੀਫਿਕੇਸ਼ਨ ਹੁੰਦੀ ਥਾਂ ਦੇ ਉੱਤੇ ਤੇ ਸ਼ਾਇਦ ਤੇ ਭੱਦਾ ਲੱਗਣ ਲੱਗ ਪਿਆ। ਇਹਨਾਂ ਦਾ ਰੱਖ ਰਖਾਅ ਨਹੀਂ ਠੀਕ ਹੋਇਆ, ਇਹਨਾਂ ਨੂੰ ਪਾਣੀ ਨਹੀਂ ਦਿੱਤਾ ਗਿਆ। ਆਂਦੇ ਜਿਹੜੇ ਵੱਡੇ ਦਰਖਤਾਂ ਨੂੰ 25-30 ਲੀਟਰ ਰੋਜ਼ ਦਾ ਪਾਣੀ ਚਾਹੀਦਾ ਹੁੰਦਾ, ਤੇ ਦੂਜਿਆਂ ਨੂੰ 10 ਲੀਟਰ ਚਾਹੀਦਾ ਹੁੰਦਾ ਜਿਹੜੇ ਛੋਟੇ ਹੁੰਦੇ ਆ। ਵੀ ਨਾ ਇਹਨਾਂ ਕੋਈ ਰੱਖ ਰਖਾਅ ਕੀਤਾ ਸਹੀ। ਆਂਦੇ ਜਿਹੜੇ ਐਨਵਾਇਰਨਮੈਂਟਲ ਪ੍ਰੇਮੀ ਸੀ ਉਹਨਾਂ ਨੇ ਉਦੋਂ ਇਹਨਾਂ ਨੂੰ ਕਿਹਾ ਵੀ ਇਹ ਦਰਖਤ ਨਾ ਲਾਓ, ਇਹ 25-30 ਡਿਗਰੀ ਸੈਲਸੀਅਸ ਇਹਨਾਂ ਨੂੰ ਟੈਂਪਰੇਚਰ ਚਾਹੀਦਾ ਹੁੰਦਾ,
ਤੇ ਗੁਰੂ ਨਗਰੀ ਦੇ ਵਿੱਚ ਤੇ ਜਦੋਂ ਠੰਡ ਆ ਜਾਂਦੀ ਇੱਥੇ ਤੇ 0 ਡਿਗਰੀ ਵੀ ਤੋਂ ਵੀ ਥੱਲੇ ਚੱਲ ਜਾਂਦਾ, ਮਾਈਨਸ 'ਚ ਚੱਲ ਜਾਂਦਾ ਤੇ ਸੁੱਕ ਜਾਣੇ ਆ। ਉਦੋਂ ਇਹਨਾਂ ਕਿਸੇ ਦੀ ਗੱਲ ਨਹੀਂ ਮੰਨੀ। ਇਹ ਜੋ ਜੱਗੀ ਸਾਹਿਬ ਹੁੰਦੇ ਸੀ ਕਮਿਸ਼ਨਰ, ਉਹਨਾਂ ਨੇ ਆਰਡਰ ਕਰਕੇ ਇਹ ਲਵਾਏ ਸੀ ਮਲਵਿੰਦਰ ਸਿੰਘ ਜੱਗੀ। ਹੁਣ ਵੇਖੋ ਵੀ ਜੇ ਕੁੰਵਰ ਵਿਜੇ ਪ੍ਰਤਾਪ ਨੇ ਮਸਲਾ ਚੁੱਕਿਆ, ਮਤਲਬ ਵਾਕਈ ਕੋਈ ਘਟਾਲਾ ਹੋਇਆ ਵਿੱਚ, ਆਪਣੀਆਂ ਜੇਬਾਂ ਗਰਮ ਹੋ ਗਈਆਂ, ਦਰਖਤ ਸੁੱਕ ਜਾਣ। ਹੁਣ ਰਿਸ਼ੀ ਸਾਹਿਬ ਕਹਿੰਦੇ ਨਹੀਂ ਅਸੀਂ ਰੱਖ ਰਖਾਵ ਕਰਾਵਾਂਗੇ, ਜਿਹੜੇ ਸੰਦੀਪ ਰਿਸ਼ੀ ਮੌਜੂਦਾ ਕਮਿਸ਼ਨਰ। ਤੇ ਬਾਕੀ ਨਿੱਜਰ ਸਾਹਿਬ ਨੂੰ ਫਿਰ ਇੱਕ ਅਪੀਲ ਹੈਗੀ ਮੇਰੀ ਵੀ ਉਹ 2 ਅਧਿਕਾਰੀਆਂ ਦੇ ਨਾਂ ਦੱਸੋ ਜਿਨ੍ਹਾਂ ਤੁਹਾਡੇ ਕੋਲ ਪੈਸੇ ਲਏ ਸੀ। ਤੇ ਇਹ ਵੀ ਕਹਿੰਦੇ ਵੀ ਜਿੱਦਲੇ ਵਾਲੇ ਨਾ ਉੱਥੇ ਕਾਰਪੋਰੇਸ਼ਨ 'ਚ ਜਦੋਂ ਬਣ ਕੇ ਆਏ ਆ ਲੋਕਲ ਬਾਡੀ ਮਿਨਿਸਟਰ, ਕਹਿੰਦੇ ਦੋਵੇਂ ਅਫਸਰ ਲੁਕਦੇ ਫਿਰਦੇ ਸੀ ਯਾਰ ਸਾਰੇ ਵਾਲੀਆਂ ਕੱਢ ਦੇਵੇ। ਮਤਲਬ ਆਹ ਤੇ ਹਾਲ ਆ ਵੀ ਉਦੋਂ ਉਹਨਾਂ ਨੂੰ ਪਤਾ ਨਹੀਂ ਹੋਣਾ ਵੀ ਕਿਤੇ ਐਸਾ ਸਮੇਂ ਦਾ ਚੱਕਰ ਘੁੰਮੇਗਾ। ਇਹ ਗੱਲ ਹੈਗੀ 2013 ਦੀ, ਉਦੋਂ ਨਿੱਜਰ ਸਾਹਿਬ ਅਜੇ ਪੋਲਿਟਿਕਸ ਨਹੀਂ ਸੀ ਆਏ। ਪੋਲਿਟਿਕਸ ਆਉਂਦੇ 2014 'ਚ, ਜਦੋਂ 2017 'ਚ ਇਹਨਾਂ ਪਹਿਲੀ ਵਾਰ ਇਲੈਕਸ਼ਨ ਲੜਿਆ। ਤੇ ਇਸ ਕਰਕੇ ਸਰਕਾਰ ਪੁਰਾਣੇ ਘਟਾਲੇ ਪੈਸੇ ਰਿਕਵਰ ਕਰਨ ਦੀ ਆ। ਇਹ ਆਪਣੀ ਕੱਟਰ ਮਾਰਦਾ ਸਰਕਾਰ ਦੀ ਤਿਆਰੀ ਹੈ ਨਾ। ਨਹੀਂ ਕਹੇ ਜੀ ਹੁਣ ਹੋ ਸਕਦਾ ਨਾ ਵੀ ਜਿਹਨਾਂ ਕੋਲ ਪੈਸੇ ਲਏ ਹੋਣੇ ਨਾ ਕੋ ਤੇ ਘਰ ਜਾ ਕੇ ਬੋੜਾ ਹੁਣ ਵੀ ਸਾਨੂੰ ਮਾਫੀ ਦੇ ਦਿਓ, ਸਾਨੂੰ ਪਤਾ ਨਹੀਂ ਗਲਤੀ ਹੋ ਗਈ ਪੈਸੇ ਲੈਣੇ ਤੁਹਾਡੇ ਕੋਲੋਂ। ਇੱਕ ਜ਼ਿਲ੍ਹੇ ਦੇ ਬਾਰਡਰ ਰੇਂਜ ਦਾ ਇਦਾਂ ਡੀਸੀ ਉਹ ਡਾਕਟਰ ਹੁੰਦੇ ਸੀ, ਮੈਂ ਆਪ ਉਹਨਾਂ ਦੀ ਸਿਫਾਰਿਸ਼ ਕਰਦਾ ਰਿਹਾ। ਉਹ ਡਿਊਟੀ ਤੇ ਨਹੀਂ ਜਾਂਦੇ, ਆਪਣੀ ਤਿਆਰੀ ਕਰਦੇ ਹੁੰਦੇ ਸੀ IST। ਉਹਨਾਂ ਕੋਲ SMO 10,000 ਰੁਪਇਆ ਮਹੀਨਾ ਲੈਂਦਾ ਹੁੰਦਾ ਸੀ ਵੀ ਡਿਊਟੀ ਤੇ ਨਾ ਜਾਣ ਦਾ। ਅੱਜ ਕੱਲ੍ਹ ਚੈਕਿੰਗ ਕਰਦੇ ਆ ਆਪਣੇ ਜ਼ਿਲ੍ਹੇ ਦੇ ਵਿੱਚ ਤੇ ਆਪ 10,000 ਰੁਪਇਆ ਦਿੰਦੇ ਨੇ ਮਹੀਨਾ। ਜਦੋਂ ਇੱਥੇ ਉਹ ਅਸਿਸਟੈਂਟ ਕੋਈ ਗ੍ਰੇਵੈਂਸਸ ਲੱਗੇ ਅੰਮ੍ਰਿਤਸਰ, ਆ ਤੇ ਦੇਖੋ ਉਹਨਾਂ ਨੇ SMO ਸੱਦ ਲਿਆ, ਉਹ ਤੇ ਜਿਹੜੇ ਮੈਂ ਪੈਸੇ ਵਾਪਸ ਕਰ ਦਿੰਦਾ ਜੀ। ਉਹ ਸਦਾ ਨੇਜਰ ਸਾਹਿਬ ਨਾਲ ਵੀ ਇਹੋ ਕੰਮ ਹੋ ਗਿਆ ਹੋਵੇ। ਅਬ ਦੇਖੋ ਵੀ ਕਿਸ ਤਰ੍ਹਾਂ ਭਾਅ ਵੱਧ ਗਿਆ, ਭ੍ਰਸ਼ਟਾਚਾਰ ਥੱਲੇ ਉਦਾਂ ਹੀ ਚੱਲੀ ਜਾਂਦਾ ਵੀ ਕਿਉਂ ਜਿਹੜੀਆਂ ਫਾਈਲਾਂ ਖੋਲ੍ਹਦੀਆਂ ਉਹ ਫਿਰ ਉਹਦੇ ਸੱਚ ਸਾਹਮਣੇ ਨਹੀਂ ਆਉਂਦਾ। ਇਹ ਸਮਝ ਤੋਂ ਪਰੇ ਹੈ। ਬਾਕੀ ਫਿਰ ਗੱਲ ਉਹੀ ਹੈ ਵੀ ਦੇਸ਼ ਜਨਤਾ ਦਾ, ਲੋਕਤੰਤਰ ਹੈ, ਦੇਸ਼ ਹੀ ਜਿਹੜੀ ਜਨਤਾ ਹੀ ਹੈ ਉਹੀ ਜਨਾਰਦਨ ਹੈ। ਆਪਣੇ ਅਧਿਕਾਰਾਂ ਨੂੰ ਪਛਾਣੋ ਤੇ ਇਹਨਾਂ ਨੂੰ ਪੁੱਛੋ। ਹਾਰ ਪਾਣੇ ਬੰਦ ਕਰੋ ਵੀ ਇਹਨਾਂ ਦੀਆਂ ਰੈਲੀਆਂ 'ਚ ਕਿਉਂ ਜਾਂਦੇ ਹੋ ਤੁਸੀਂ? ਵੀ ਤੁਸੀਂ ਤਾਂ ਆਪਣਾ ਕਾਰੋਬਾਰ ਕਰਨਾ ਹੈ। ਕੋਈ ਤੁਸੀਂ ਕਿਹੜਾ ਕੋਈ ਦੜੇ ਸੱਟੇ ਦਾ ਕਾਰੋਬਾਰ ਕਰਨਾ ਜਿਹੜੇ ਇਹਨਾਂ ਦੇ ਮਗਰ ਜਾਓਗੇ? ਦੜੇ ਸੱਟੇ ਕਾਰੋਬਾਰੀ ਤੇ ਜਾਣ ਜਿਨ੍ਹਾਂ ਨੂੰ ਇਹ ਬਚਾਉਂਦੇ ਨੇ, ਜਿਨ੍ਹਾਂ ਦੇ ਜਿਹੜੇ ਇਹਨਾਂ ਦੀ ਵੰਗਾਰਾਂ ਪੂਰੀਆਂ ਕਰਦੇ ਆ। ਇਸ ਕਰਕੇ ਜਿੰਨਾ ਚਿਰ ਜਨਤਾ ਜਾਗਰੂਕ ਨਹੀਂ ਹੋਏਗੀ ਕੋਈ ਬੰਦਾ ਕੁਝ ਨਹੀਂ ਕਰ ਸਕੇਗਾ। ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚੋ ਵੀ ਆਖਿਰਕਾਰ ਅਸੀਂ ਉਹਨਾਂ ਨੂੰ ਕੀ ਦੇ ਕੇ ਜਾ ਰਹੇ ਹਾਂ। ਸਾਨੂੰ ਦਿਓ ਇਜਾਜ਼ਤ, ਤੁਹਾਨੂੰ ਨਾਲ ਫਿਰ ਰੂਬਰੂ ਹੋਵਾਂਗੇ। ਤਦ ਤੱਕ ਸਤਿ ਸ਼੍ਰੀ ਅਕਾਲ, ਨਮਸਕਾਰ।